ਤਾਂ ਬਣਦਿਆਂ ਸਾਰ ਕਦੇ ਮਤਲਬ ਇਹ ਨਹੀਂ ਆਇਆ, ਅਕੇਵਾਂ ਮਹਿਸੂਸ ਨਹੀਂ ਹੋਇਆ ਵੀ ਕਿਤੇ ਪੰਗਾ ਤਾਂ ਨਹੀਂ ਲੈ ਲਿਆ ਸਰਪੰਚ ਬਣ ਕੇ। ਕਈ ਲੋਕ ਮੇਰੇ ਨਾਲ ਨਾਰਾਜ਼ ਵੀ ਇਸ ਕਰਕੇ ਆ ਵੀ ਅਸੀਂ ਤੈਨੂੰ ਵੋਟਾਂ ਪਾਈਆਂ ਸੀ ਪਰ ਸਾਡੀ ਹਲੇ ਤੱਕ, ਔਰ ਕਹਿੰਦੀਆਂ ਨੇ ਵੀ ਘਰੇ ਬੈਠੇ ਰਹਿੰਦੇ ਆ ਸਾਰਾ ਦਿਨ, ਕੁਛ ਨਾ ਕੁਛ ਕਿਹਾ ਜਾਂਦਾ, ਕਲੇਸ਼ ਹੋ ਜਾਂਦਾ, ਹੁਣ ਚੱਲ ਇੱਥੇ ਆ ਕੇ ਬੈਠ ਜਾਈਦਾ। ਸੋ ਮੇਰਾ ਰਸਮੀ ਤੇ ਸਿੱਧਾ ਜਿਹਾ ਸਵਾਲ, ਪਹਿਲਾਂ ਤਾਂ ਸਰਪੰਚ ਸੈਸ਼ਨਦੀਪ ਸਰਪੰਚ ਬਣ ਗਏ। ਸਰਪੰਚ ਸੈਸ਼ਨਦੀਪ ਦੇ ਫਾਦਰ ਸਰਪੰਚ ਨਹੀਂ, ਉਹਨਾਂ ਦੀ ਜਿਗਿਆਸਾ ਵੀ ਹੈਗੀ ਸੀ ਕਿ ਸਰਪੰਚੀ ਕਿਤੇ ਹੈਗੀ ਹੈ। ਤਾਂ ਤੁਸੀਂ ਪਹਿਲਾਂ ਤਾਂ ਆਪਣੇ ਬਾਰੇ ਦੱਸੋ ਕਿ ਤੁਹਾਡੇ 'ਚ ਪੜ੍ਹਦੇ ਉਮਰ 'ਚ ਸਰਪੰਚ ਬਣਦਾ ਇਹ ਮਤਲਬ ਕਿਸ ਤਰ੍ਹਾਂ ਆਇਆ, ਕਿਵੇਂ ਸਰਪੰਚੀ ਵਾਲੇ ਪਾਸੇ ਨੂੰ ਕਿਵੇਂ ਤੁਰੇ ਤੁਸੀਂ? ਸਭ ਤੋਂ ਪਹਿਲਾਂ ਤਾਂ ਜੀ ਬਹੁਤ ਧੰਨਵਾਦ ਕਿ ਇਸ ਪ੍ਰੋਗਰਾਮ ਦੇ ਵਿੱਚ ਇੱਕ ਰੂਬਰੂ ਦਾ ਸੈਸ਼ਨ ਰੱਖਿਆ ਔਰ ਮੈਨੂੰ ਉਸ ਸੈਸ਼ਨ ਦਾ ਹਿੱਸਾ ਬਣਨ ਦਾ ਜਿਹੜਾ ਮੌਕਾ ਮਿਲਿਆ, ਸੋ ਬਹੁਤ ਧੰਨਵਾਦ। ਸੋ ਤੁਸੀਂ ਪਹਿਲਾਂ ਮੈਨੂੰ ਪੁੱਛਿਆ ਕਿ ਮੇਰੇ ਅੰਦਰ ਇਹ ਜਿਗਿਆਸਾ ਕਿਵੇਂ ਆਈ। ਅਸਲ ਵਿੱਚ ਜਦੋਂ ਬਚਪਨ 'ਚ ਪਿੰਡ ਰਹਿੰਦੇ ਸੀ ਤਾਂ ਅਸੀਂ ਸ਼ਹਿਰ ਬਠਿੰਡੇ ਰਹਿਣ ਲੱਗ ਗਏ ਸੀ, ਤਾਂ ਛੁੱਟੀਆਂ ਦੇ ਵਿੱਚ ਜਦੋਂ ਪਿੰਡ ਆਉਣਾ ਤਾਂ ਉਹ ਸਾਨੂੰ ਬੜਾ ਮਤਲਬ ਵਧੀਆ ਲੱਗਦਾ ਸੀ ਕਿ ਆਪਣੇ ਪਿੰਡ ਜਾ ਰਹੇ ਹਾਂ, ਆਪਣੇ ਦਾਦਾ ਦਾਦੀ ਦੇ ਕੋਲੇ। ਪਰ ਇੱਕ ਚੀਜ਼ ਹੁੰਦੀ ਸੀ ਕਿ ਸਾਨੂੰ ਉਹ ਸਹੂਲਤਾਂ ਜਿਹੜੀਆਂ ਉਹ ਪਿੰਡ ਵਿੱਚ ਹੀ ਮਿਲਦੀਆਂ ਸੀਗੀਆਂ। ਫਿਰ ਜਦੋਂ ਮੈਨੂੰ ਇਹ ਮੌਕਾ ਮਿਲਿਆ, ਜਦੋਂ ਇਹ ਓਪਰਚੁਨਿਟੀ ਆਈ, ਤਾਂ ਮੈਨੂੰ ਸੀ ਉਹ ਚੀਜ਼ਾਂ ਵੀ ਪਿੰਡ ਦੇ ਵਿੱਚ ਹੋਣ। ਜੇ ਸ਼ਹਿਰ ਦੇ ਵਿੱਚ ਪਾਰਕ ਹੈ ਤਾਂ ਸਾਡੇ ਪਿੰਡ ਦੇ ਵਿੱਚ ਕਿਉਂ ਨਹੀਂ ਹੈ? ਜੇ ਸ਼ਹਿਰ ਦੇ ਵਿੱਚ ਕੂੜਾ ਲੈਣ ਵਾਲਾ ਘਰਾਂ 'ਚ ਆਉਂਦਾ ਹੈ ਤਾਂ ਆਪਣੇ ਇੱਥੇ ਪਿੰਡਾਂ 'ਚ ਕਿਉਂ ਨਹੀਂ ਆਉਂਦਾ? ਸੋ ਇਹੋ ਜਿਹੀਆਂ ਚੀਜ਼ਾਂ ਸੀਗੀਆਂ ਜੋ ਮੈਨੂੰ ਬਚਪਨ ਤੋਂ ਹੀ ਉਹ ਕਰਦੀਆਂ ਸੀ ਕਿ ਮੈਂ ਆਪਣੇ ਪਿੰਡ ਨੂੰ ਖੂਬਸੂਰਤ ਬਣਾਉਣਾ। ਪਰ ਮੈਂ ਇਹ ਨਹੀਂ ਸੋਚਿਆ ਸੀਗਾ ਕਿ ਮੈਂ ਐਸਾ ਸਰਪੰਚ ਬਣਾਉਂਗੀ। ਮੈਂ ਸੋਚਦੀ ਹੁੰਦੀ ਸੀ ਮੇਰੇ ਕੋਲ ਬਹੁਤ ਸਾਰਾ ਪੈਸਾ ਆ ਜਾਏਗਾ ਤਾਂ ਮੈਂ ਉਦੋਂ ਸ਼ੁਰੂ ਕਰਾਂਗੀ। ਪਰ ਜਦੋਂ ਮੈਨੂੰ ਓਪਰਚੁਨਿਟੀ ਮਿਲੀ ਫਿਰ ਮੈਨੂੰ ਲੱਗਿਆ ਕਿ ਇਸ ਰਾਹ 'ਤੇ ਚੱਲਦੀ ਹੋਈ ਵੀ ਮੈਂ ਉਹ ਚੀਜ਼ਾਂ ਕਰ ਸਕਦੀ ਹਾਂ। ਬਹੁਤ ਵਧੀਆ ਗੱਲ ਹੈਗੀ ਹੈ ਕਿ ਤੁਹਾਡੇ ਮਨ 'ਚ ਆਇਆ ਕਿ ਪਿੰਡ ਨੂੰ ਸੁੰਦਰ ਬਣਾਉਣਾ ਹੈ, ਬਹੁਤ ਵਧੀਆ ਗੱਲ ਆ। ਪਰ ਜਦੋਂ ਤੁਸੀਂ ਸਰਪੰਚ ਚੁਣੇ ਗਏ ਮੰਨ ਲਓ, ਤਾਂ ਫਿਰ ਕਦੇ ਇਹ ਨਹੀਂ ਹੋਇਆ ਕਿ ਜਦੋਂ ਨਵਾਂ ਰਾਹ ਫੜਨਾ ਤੁਸੀਂ ਇੱਕ ਲੀਹ ਪਾੜ ਕੇ ਚੱਲਣਾ ਹੈ ਤਾਂ ਦਿੱਕਤਾਂ, ਕਿਉਂਕਿ ਸਾਡੇ ਸਮਾਜ 'ਚ ਇਹ ਸਭ ਤੋਂ ਵੱਡੀ ਸਮੱਸਿਆ ਆਉਂਦੀ ਹੈ ਕਿ ਜਦੋਂ ਅਸੀਂ ਸਰਪੰਚ ਬਣਦੇ ਹਾਂ, ਪੰਚਾਇਤ ਹੈ, ਲੋਕਾਂ ਦਾ ਵੇਖਣ ਦਾ ਨਜ਼ਰੀਆ ਕਿ ਸਰਪੰਚ ਤੋਂ ਤਵੱਕੋਂ ਬਹੁਤ ਜ਼ਿਆਦਾ ਹੁੰਦੀ ਹੈ। ਤਾਂ ਬਣਦਿਆਂ ਸਾਰ ਕਦੇ ਮਤਲਬ ਇਹ ਨਹੀਂ ਆਇਆ, ਅਕੇਵਾਂ ਮਹਿਸੂਸ ਨਹੀਂ ਹੋਇਆ ਵੀ ਕਿਤੇ ਪੰਗਾ ਤਾਂ ਨਹੀਂ ਲੈ ਲਿਆ ਸਰਪੰਚ ਬਣ ਕੇ? ਅਕਸਰ ਮਨ ਦੇ ਵਿੱਚ ਇਹੋ ਜਿਹੇ ਵਿਚਾਰ ਆ ਵੀ ਜਾਂਦੇ ਨੇ, ਪਰ ਜਦੋਂ ਮੈਂ ਸਰਪੰਚ ਬਣਨ ਦਾ ਫੈਸਲਾ ਲੈਤਾ ਸੀ ਦਿੱਕਤਾਂ ਉਦੋਂ ਹੀ ਆਉਣ ਲੱਗ ਗਈਆਂ ਸੀਗੀਆਂ। ਉਦੋਂ ਹੀ ਕੁਝ ਕੁ ਲੋਕਾਂ ਦਾ ਕਹਿਣਾ ਸੀ ਕਿ ਭਾਈ, ਮੇਰੇ ਡੈਡੀ ਨੂੰ ਕਹਿੰਦੇ ਹੁੰਦੇ ਸੀ ਕਿ ਤੁਸੀਂ ਆਪਣੀ ਕੁੜੀ ਨੂੰ ਕਿਉਂ ਇੱਧਰ ਤੋਰ ਰਹੇ ਹੋਗੇ, ਜਾਂ ਮਤਲਬ ਮੇਰੇ ਮੰਮੀ ਨੂੰ ਵੀ ਕਹਿ ਦੇਣਾ, ਜਾਂ ਅਲੱਗ ਹੀ ਪਿੰਡ ਦੇ ਵਿੱਚ ਗੱਲਾਂ ਕਰਨੀਆਂ ਵੀ ਕੁੜੀ ਨੂੰ ਸਰਪੰਚ ਕਿਉਂ ਬਣਾਉਣਾ, ਕੁੜੀ ਦਾ ਵਿਆਹ ਹੋ ਜਾਏਗਾ ਤੇ ਕਿਵੇਂ ਸਰਪੰਚੀ ਕਰੇਗੀ। ਸੋ ਇਹ ਚੀਜ਼ਾਂ ਉਦੋਂ ਹੀ ਸ਼ੁਰੂ ਹੋ ਗਈਆਂ ਸੀ। ਉਸ ਤੋਂ ਬਾਅਦ ਜੋ ਮੈਂ ਕੰਮ ਕਰਨੇ ਸੀ ਉਹ ਕੰਮ ਕਰਨੇ, ਔਰ ਜੋ ਲੋਕ ਕਹਿੰਦੇ ਸੀ ਕਿ ਲੋਕ ਜਿਵੇਂ ਹੁੰਦਾ ਕਿ ਸਾਡੀ ਗਲੀ ਨਾਲੀ ਬਣਾਉਣੀ, ਉਹ ਕਰਨਾ, ਤੇ ਸਾਡੀ ਸੋਚ ਦੇ ਵਿੱਚ ਵੀ ਕਾਫੀ ਅੰਤਰ ਹੈਗਾ ਗਾ। ਤਾਂ ਉੱਥੇ ਵੀ ਮੈਨੂੰ ਮੁਸ਼ਕਿਲਾਂ ਆਉਂਦੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋਏ, ਜਾਂ ਉਹਨਾਂ ਦੀਆਂ ਜੋ ਚੀਜ਼ਾਂ ਨੇ ਜਾਂ ਉਹਨਾਂ ਦੀ ਸੋਚ ਹੈ ਉਸ ਨੂੰ ਪੂਰਾ ਕਰਨ ਦੇ। ਤੇ ਮੈਨੂੰ ਕਿਤੇ ਨਾ ਕਿਤੇ ਲੱਗਦਾ ਵੀ ਕਿਤੇ ਉਹਨਾਂ ਦੀ ਡਿਮਾਂਡਸ ਨੇ ਜੋ ਉਹ ਪਿੱਛੇ ਨਾ ਰਹਿ ਜਾਣ, ਵੀ ਮੈਂ ਆਪਦੀ ਸੋਚ ਨੂੰ ਹੀ ਉਹ ਕਰੀ ਜਾਵਾਂ, ਆਪਦੇ ਆਪ ਨੂੰ ਸਹੀ ਕਹੀ ਜਾਵਾਂ। ਪਰ ਮੈਨੂੰ ਇਹ ਵੀ ਲੱਗਦਾ ਹੁੰਦਾ ਹੈ ਕਿ ਉਹਨਾਂ ਦੀ ਅਕਸਰ ਜਿਹੜੀ ਡਿਮਾਂਡ ਹੈ ਉਹ ਸਿਰਫ ਗਲੀ ਨਾਲ ਹੀ ਹੈ, ਤੇ ਇਹ ਤਾਂ ਵੀ ਹਰ ਹੋਰ ਸਰਪੰਚ ਆਊਗਾ ਤਾਂ ਉਹ ਵੀ ਕਰ ਜੂਗਾ, ਮੈਂ ਕੁਝ ਹੋਰ ਕਰ ਜਾਵਾਂ ਜੋ ਹੋਰ ਸਰਪੰਚ ਨਹੀਂ ਕਰਨਾ ਚਾਹੁੰਦੇ ਪਿੰਡਾਂ ਦੇ ਵਿੱਚ। ਪਰ ਲੋਕ ਤਾਂ ਇਹ ਚਾਹੁੰਦੇ ਆ ਨਾ ਕਿ ਸਾਡੇ ਘਰ ਦਾ ਰਸਤਾ ਪਹਿਲਾਂ ਪੱਕਾ ਹੋਣਾ ਚਾਹੀਦਾ ਹੈ, ਸਾਡੇ ਘਰ ਦਾ ਪਾਣੀ ਹੈ ਜਿਹੜਾ ਉਹ ਨਾਲੀ 'ਚ ਪੈਣਾ ਚਾਹੀਦਾ। ਤਾਂ ਤੁਸੀਂ ਮਤਲਬ ਇੱਕ ਬਖਰੇਵਾ ਪੈਦਾ ਕਰਤਾ, ਲੋਕਾਂ ਨੂੰ ਲਾਇਬ੍ਰੇਰੀ ਵਾਲੇ ਪਾਸੇ ਤੋਰ ਲਿਆ। ਤਾਂ ਫਿਰ ਲੋਕਾਂ ਨੇ ਇਹ ਗਿਲੇ ਸ਼ਿਕਵੇ ਨਹੀਂ ਕੀਤੇ ਕਿ ਸਾਨੂੰ ਤਾਂ ਸਾਡੇ ਤਾਂ ਘਰ ਦਾ ਰਸਤਾ ਤਾਂ ਬਣਾਇਆ ਹੀ ਨਹੀਂ ਸੈਸ਼ਨਦੀਪ ਨੇ? ਹਾਂਜੀ, ਮੈਂ ਤੁਹਾਨੂੰ ਇਹ ਦੱਸ ਰਹੀ ਹਾਂ ਨਾ ਕਿ ਉਹ ਚੀਜ਼ ਉਹਨਾਂ ਦੀ ਹੈਗੀ ਆ। ਈਵਨ ਕਈ ਲੋਕ ਮੇਰੇ ਨਾਲ ਨਾਰਾਜ਼ ਵੀ ਇਸ ਕਰਕੇ ਆ ਵੀ ਅਸੀਂ ਤੈਨੂੰ ਵੋਟਾਂ ਪਾਈਆਂ ਸੀ ਪਰ ਸਾਡੀ ਹਾਲੇ ਤੱਕ ਗਲੀ ਨਹੀਂ ਬਣੀ, ਨਾਲੀ ਨਹੀਂ ਬਣੀ। ਲੇਕਿਨ ਇਹ ਨਹੀਂ ਮੈਂ ਕਹਿ ਰਹੀ ਕਿ ਮੈਂ ਇਹ ਚੀਜ਼ ਕਰਨੀ ਨਹੀਂ, ਮੈਂ ਕਰਨੀ ਆ, ਬਟ ਇੱਕ ਪਲੈਨਿੰਗ ਦੇ ਨਾਲ ਕਰਨੀ ਹੈ। ਅਕਸਰ ਕੀ ਹੁੰਦਾ ਕਿ ਆਪਾਂ ਗਲੀਆਂ ਬਣਾ ਦਿੰਦੇ ਹਾਂ ਜਾਂ ਫਿਰ ਨਾਲੀਆਂ ਬਾਅਦ ਵਿੱਚ ਬਣਦੀਆਂ, ਸੀਵੇਜ ਬਣਦੇ ਆ, ਬਾਅਦ ਵਿੱਚ ਆਪਾਂ ਉਹਨਾਂ ਨੂੰ ਫਿਰ ਪੱਟਦੇ ਰਹਿੰਦੇ ਹਾਂ।
ਮੇਰੀ ਇਹ ਸੋਚ ਹੈ ਕਿ ਪ੍ਰੋਪਰ ਪਿੰਡ ਦੀ ਲੈਵਲਿੰਗ ਹੋਵੇ, ਕੋਈ ਘਰ ਉੱਚਾ ਨੀਵਾਂ ਵੀ ਹੈ ਤਾਂ ਉਸ ਦੇ ਅਕੋਰਡਿੰਗ ਪਾਣੀ ਦੇ ਨਿਕਾਸ ਦਾ ਜਿਹੜਾ ਪ੍ਰਬੰਧ ਕੀਤਾ ਜਾਵੇ, ਤੇ ਇਸ ਲਈ ਲੈਵਲਿੰਗ ਤੋਂ ਬਾਅਦ ਸੀਵਰੇਜ ਪਾਇਆ ਜਾਵੇ, ਫਿਰ ਗਲੀਆਂ ਨਾਲੀਆਂ ਜਿਹੜੀਆਂ ਬਣਾਈਆਂ ਜਾਣ। ਮੈਂ ਇਹੀ ਚੀਜ਼ ਉਹਨਾਂ ਨੂੰ ਵੀ ਸਮਝਾਉਣੀ ਆ, ਪਰ ਉਹਨਾਂ ਦੀ ਇੱਕੋ ਹੀ ਗੱਲ ਚੜੀ ਹੋਈ ਹੈ ਵੀ ਅਸੀਂ ਤਾਂ ਵੋਟਾਂ ਪਾਈਆਂ ਸੀ, ਇਹਨਾਂ ਨੇ ਹਾਲੇ ਤੱਕ ਸਾਡੀ ਇਹ ਜਿਹੜੀ ਗਲੀ ਨਹੀਂ ਬਣਾਈ। ਜੀ ਬਿਲਕੁਲ। ਇੱਕ ਜਿਹੜੀ ਆਮ ਗੱਲ ਹੈਗੀ ਹੈ ਪਿੰਡਾਂ 'ਚ, ਆਮ ਪੰਚਾਇਤਾਂ, ਦੇਖੋ ਬਲਾਕ 'ਚ ਬਹੁਤ ਸਾਰੇ ਪਿੰਡ ਹੈਗੇ ਆ। ਇੱਕ ਬਲਾਕ ਦੇ ਵਿੱਚ ਸ਼ਸ਼ਨਦੀਪ ਦਾ ਬਠਿੰਡੇ ਜ਼ਿਲ੍ਹੇ 'ਚ ਨਾਂ ਉੱਭਰਦਾ ਹੈ, ਫਿਰ ਉਹ ਪੰਜਾਬ 'ਚ ਸੁਣਿਆ ਜਾਂਦਾ, ਫਿਰ ਉਹ ਨੈਸ਼ਨਲ ਲੈਵਲ 'ਤੇ ਜਾਂਦਾ। ਅਤੇ ਹੁਣ ਤੱਕ ਸਰਪੰਚ ਸ਼ਸ਼ਨਦੀਪ ਨੂੰ ਕਿਹੜੀਆਂ ਉਪਲਬਧੀਆਂ, ਕਿਹੜੇ ਅਵਾਰਡ ਹੈ ਜਿਹੜੇ ਮਿਲੇ ਆ, ਇਹ ਵੀ ਸਾਂਝਾ ਕਰੋ। ਸਾਨੂੰ ਇੱਕ ਅਵਾਰਡ ਮਿਲਿਆ ਦੀਨ ਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਅਵਾਰਡ ਹੈ ਜੀ, ਜੋ ਕਿ ਪੰਚਾਇਤ ਦੇ ਵਿੱਚ ਤੁਸੀਂ ਮਤਲਬ ਹਰੇਕ ਡਿਪਾਰਟਮੈਂਟ, ਹਰੇਕ ਜਿਹੜਾ ਇੱਕ ਸਬਜੈਕਟ ਹੁੰਦਾ ਉਸ ਦੇ ਉੱਪਰ ਕੰਮ ਕਰਦੇ ਹੋ, ਚਾਹੇ ਉਹ ਤੁਸੀਂ ਔਰਤਾਂ ਲਈ ਦੇਖ ਰਹੇ ਹੋ ਜਾਂ ਪਿੰਡ ਦੇ ਸਾਫ਼ ਸਫਾਈ ਦੇ ਲਈ ਦੇਖ ਰਹੇ ਹੋ, ਹੈਲਥ ਦੇ ਉੱਪਰ, ਸਕੂਲ ਐਜੂਕੇਸ਼ਨ ਦੇ ਲਈ ਤੁਸੀਂ ਕੀ ਕਰ ਰਹੇ ਹੋ, ਕੀ ਪੰਚਾਇਤ ਨੇ ਆਪਣੀ ਪੰਚਾਇਤ ਨੂੰ ਸਸ਼ਕਤ ਕਰਨ ਲਈ ਸਾਰੇ ਪੱਖਾਂ ਤੋਂ ਉਸ ਦੇ ਉੱਪਰ ਕੰਮ ਕੀਤਾ ਹੈ, ਤਾਂ ਇਸ 'ਤੇ ਸਾਨੂੰ ਨੈਸ਼ਨਲ ਅਵਾਰਡ ਮਿਲਿਆ। ਦੂਸਰਾ ਜਿਹੜਾ ਨੈਸ਼ਨਲ ਅਵਾਰਡ ਮਿਲਿਆ ਜੀ ਉਹ ਹੈ ਨਾਨਾ ਜੀ ਦੇਸ਼ਮੁਖ ਰਾਸ਼ਟਰੀ ਗੌਰਵ ਗ੍ਰਾਮ ਸਭਾ ਅਵਾਰਡ, ਕਿ ਤੁਸੀਂ ਆਪਣੇ ਪਿੰਡ ਦੇ ਵਿੱਚ ਗ੍ਰਾਮ ਸਭਾ ਜਿਹੜੀ ਉਹ ਕਰਵਾਉਂਦੇ ਹੋ ਅਤੇ ਉਹ ਚੰਗੇ ਤਰੀਕੇ ਨਾਲ ਕਰਵਾਈ ਜਾਂਦੀ ਹੈ, ਕਿ ਉਸ ਦੇ ਵਿੱਚ ਸਭ ਦੇ ਵਿਚਾਰ ਸੁਣੇ ਜਾਂਦੇ ਹਨ, ਕਿ ਔਰਤਾਂ ਵੀ ਉਸ ਦੇ ਵਿੱਚ ਆਪਣਾ ਪੱਖ ਰੱਖਦੀਆਂ ਹਨ, ਉਹਨਾਂ ਦੇ ਮਸਲੇ ਹੈ ਜਿਹੜੇ ਉਹ ਸੁਣੇ ਜਾਂਦੇ ਹਨ ਅਤੇ ਪੰਚਾਇਤ ਵੱਲੋਂ ਸੁਲਝਾਏ ਜਾਂਦੇ ਹਨ। ਇਹਨਾਂ ਸਾਰਿਆਂ ਦੀ ਜਿਹੜੀ ਆ ਇੱਕ ਰਿਕਾਰਡ ਹੈ ਜਿਹੜਾ ਮੇਨਟੇਨ ਕੀਤਾ ਜਾਂਦਾ ਪੰਚਾਇਤ ਵੱਲੋਂ, ਤਾਂ ਉਹ ਰਿਕਾਰਡ ਦੇਖਦੇ ਹੋਏ ਵੀ ਸਾਨੂੰ ਜਿਹੜਾ ਦੂਸਰਾ ਨੈਸ਼ਨਲ ਅਵਾਰਡ ਮਿਲਿਆ। ਤੀਸਰਾ ਜੀ ਸਾਨੂੰ GPDP ਗ੍ਰਾਮ ਪੰਚਾਇਤ ਡਿਵੈਲਪਮੈਂਟ ਪਲਾਨ ਅਵਾਰਡ ਮਿਲਿਆ। ਇਸ ਦੇ ਵਿੱਚ ਇਹ ਹੁੰਦਾ ਕਿ ਗ੍ਰਾਮ ਪੰਚਾਇਤ ਵੱਲੋਂ ਆਪਣੇ ਪਿੰਡ ਦੀ ਆ ਜਿਹੜੀ ਆਉਣ ਵਾਲੇ ਸਮੇਂ ਦੇ ਲਈ ਪਲੈਨਿੰਗ ਕੀਤੀ ਗਈ ਆ, ਕਿ ਉਹ ਪਲੈਨਿੰਗ ਦੇ ਉੱਪਰ ਹੀ ਕੰਮ ਕੀਤਾ ਗਿਆ ਹੈਗਾ, ਕਿ ਜਿਵੇਂ ਲੋਕਾਂ ਨੇ ਕਿਹਾ ਜਾਂ ਜਿਵੇਂ ਇੱਕ ਪੰਚਾਇਤ ਨੇ ਪਲਾਨ ਬਣਾਇਆ ਸੀਗਾ ਸਾਰੇ ਡਿਪਾਰਟਮੈਂਟਸ ਦੀ ਗੱਲ ਸੁਣ ਕੇ, ਚਾਹੇ ਉਹ ਆਂਗਨਵਾੜੀ ਹੋਵੇ, ਹੈਲਥ ਹੋਵੇ, ਸਕੂਲ ਹੋਣ ਜਾਂ ਹੋਰ ਪਿੰਡ ਦੇ ਮਸਲੇ ਹੋਣ, ਕਿ ਉਹਨਾਂ ਪਲੈਨਿੰਗ ਦੇ ਉੱਪਰ ਕੰਮ ਕੀਤਾ ਹੈਗਾ, ਉਸ ਨੂੰ ਦੇਖਦੇ ਹੋਏ ਇਹ ਅਵਾਰਡ ਮਿਲਿਆ। ਔਰ ਹੁਣ ਰੀਸੈਂਟਲੀ 2 ਅਕਤੂਬਰ ਨੂੰ ਸਾਨੂੰ 2 ਹੋਰ ਪੁਰਸਕਾਰ ਮਿਲੇ ਹੈਗੇ, ਇੱਕ ਮੇਰਾ ਪਿੰਡ ਮੇਰੀ ਜ਼ਿੰਮੇਵਾਰੀ और एक ODF प्लस फिल्म सर्टिफिकेशन अवार्ड, जो कि स्वच्छ भारत मिशन एक स्कीम चलाई जा रही है, उसके अंतर्गत जो पिंड विच काम किते हैं उन्होंने देखते हुए। ਸ਼ਸ਼ਨਦੀਪ, ਗੱਲ ਗ੍ਰਾਮ ਸਭਾ ਅਵਾਰਡ ਦੀ ਤੁਸੀਂ ਕੀਤੀ ਹੈ, ਅਤੇ ਲਗਭਗ ਮੈਨੂੰ ਲੱਗਦਾ ਸਾਰੀਆਂ ਹੀ ਗ੍ਰਾਮ ਪੰਚਾਇਤਾਂ ਦੀ ਇਹ ਜ਼ਿੰਮੇਵਾਰੀ ਹੈ ਵੀ ਉਹ ਗ੍ਰਾਮ ਸਭਾ ਉਹਨਾਂ ਨੇ ਕਰਨੀ ਹੈ ਸੀਜ਼ਨ 'ਚ। ਕਿੰਨੀਆਂ ਗ੍ਰਾਮ ਸਭਾ ਕਰਨੀਆਂ ਹੁੰਦੀਆਂ, ਮਤਲਬ ਬਾਕੀ ਪੰਚਾਇਤਾਂ ਵੀ ਤਾਂ ਫਿਰ ਗ੍ਰਾਮ ਸਭਾ ਕਰਦੀਆਂ ਹੀ ਹੈ, ਤੁਸੀਂ ਉਹਦੇ 'ਚ ਵੱਖਰਾ ਕੀ ਕੀਤਾ? ਸਾਡਾ ਵੱਖਰਾ ਸਰ ਤੁਹਾਨੂੰ ਪਹਿਲਾਂ ਹੀ ਪਤਾ ਵੀ ਤੁਸੀਂ ਵੀ ਇਨਵਾਈਟਡ ਰਹੇ ਹੋ ਸਾਡੀ ਗ੍ਰਾਮ ਸਭਾ ਦੇ ਵਿੱਚ। ਸਾਡੀ ਗ੍ਰਾਮ ਸਭਾ ਇਹ ਨਹੀਂ ਹੁੰਦੀ ਕਿ ਇੱਕ ਕਮਰੇ ਦੇ ਵਿੱਚ 4-5 ਲਾਈਕ ਮਾਈਂਡਡ ਪਰਸਨਸ ਬੈਠ ਕੇ ਔਰ ਉਹਨਾਂ ਨੇ ਜੋ ਫੈਸਲਾ ਲੈ ਲਿਆ ਜਾਂ ਜੋ ਸਰਪੰਚ ਨੇ ਕਹਿ ਦਿੱਤਾ ਵੀ ਇਹ ਚੀਜ਼ ਕਰਨੀ ਹੈ ਔਰ ਸਾਰਿਆਂ ਨੇ ਹਾਂ ਦੇ ਵਿੱਚ ਹਾਂ ਮਿਲਾ ਦਿੱਤੀ, ਤਾਂ ਇਹੋ ਜਿਹੀ ਗ੍ਰਾਮ ਸਭਾ ਨਹੀਂ ਹੁੰਦੀ ਸਾਡੀ। ਇਸ ਤਰ੍ਹਾਂ ਖੁੱਲ੍ਹੇ ਮੈਦਾਨ ਦੇ ਵਿੱਚ ਹੁੰਦੀ ਹੈ, ਜਿੱਥੇ ਸਾਰਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ, ਸਾਰੇ ਪਿੰਡ ਨੂੰ ਇਨਵਾਈਟ ਕੀਤਾ ਜਾਂਦਾ ਹੈ ਕਿ ਤੁਸੀਂ ਗ੍ਰਾਮ ਸਭਾ ਦੇ ਵਿੱਚ ਸ਼ਮੂਲੀਅਤ ਕਰਨੀ ਹੈ, ਔਰ ਇਸ ਦੇ ਨਾਲ ਹੀ ਤੁਸੀਂ ਇਹ ਦੱਸਣਾ ਹੈ ਕਿ ਆਪਣੇ ਪਿੰਡ ਦੇ ਵਿੱਚ ਆਪਾਂ ਹੋਰ ਕੀ ਕੰਮ ਕਰਨੇ ਹੈ, ਜਾਂ ਅਸੀਂ ਦੱਸਦੇ ਹਾਂ ਕਿ ਆਹ ਕੰਮ ਆਪਾਂ ਪਿਛਲੀ ਵਾਰੀ ਪਲਾਨ ਕੀਤੇ ਸੀਗੇ, ਇਹ ਕੰਮ ਹੋ ਗਏ ਨੇ, ਤਾਂ ਤੁਸੀਂ ਦੱਸੋ ਉਸ ਦੇ ਵਿੱਚ ਕੀ ਮੁਸ਼ਕਲ ਰਹਿ ਗਈ ਜਾਂ ਕੀ ਕਮੀ ਰਹਿ ਗਈ, ਉਹ ਦੱਸਦੇ ਨੇ। ਜਿਵੇਂ ਮੰਨ ਲਓ ਸੋਲਰ ਲਾਈਟਸ ਅਸੀਂ ਆਪਣੇ ਪਿੰਡ ਦੇ ਵਿੱਚ ਲਗਵਾਈਆਂ, ਤਾਂ ਉਹ ਕਿਤੇ ਖਰਾਬ ਹੋ ਗਈ ਜਾਂ ਉਸ ਦੇ ਵਿੱਚ ਕੋਈ ਡਿਫੈਕਟ ਆ ਗਿਆ, ਤਾਂ ਨਹੀਂ ਪੰਚਾਇਤ ਨੂੰ ਨਹੀਂ ਪਤਾ ਲੱਗਦਾ, ਤਾਂ ਉਹ ਪਿੰਡ ਦੇ ਲੋਕ ਹੀ ਆ ਕੇ ਦੱਸਦੇ ਆ ਜੀ ਇਹ ਚੀਜ਼ ਆਪਣੇ ਪਿੰਡ ਦੇ ਵਿੱਚ ਆ ਜਿਹੜੀ ਹੋਣ ਵਾਲੀ ਹੈ। ਹੋਰ ਅਸੀਂ ਗ੍ਰਾਮ ਸਭਾ ਦੇ ਵਿੱਚ ਜਿਹੜਾ ਆਮਦਨ ਖਰਚਾ ਇੱਕ ਪੰਚਾਇਤ ਨੇ ਦੱਸਣਾ ਹੁੰਦਾ ਹੈਗਾ, ਔਰ ਸਾਲ ਦੇ ਵਿੱਚ 2 ਜਿਹੜੀ ਗ੍ਰਾਮ ਸਭਾ ਉਹ ਹੋਣੀ ਜ਼ਰੂਰੀ ਹੁੰਦੀ ਹੈ, ਇੱਕ ਸਰਪੰਚਾਇਤ ਵੱਲੋਂ ਕਰਾਈ ਜਾਣੀ ਚਾਹੀਦੀ ਆ, ਔਰ ਪਰ ਅਸੀਂ ਆਪਣੇ ਜਿਹੜੇ ਗ੍ਰਾਮ ਸਭਾ ਕਰਵਾਉਣੇ ਆ ਪਿੰਡ ਦੇ ਵਿੱਚ ਅਸੀਂ 4 ਕਰਵਾਉਣੇ ਆ, ਤਾਂ ਕਿ ਲੋਕਾਂ ਨਾਲ ਜਲਦ ਤੋਂ ਜਲਦ ਮਿਲ ਸਕੀਏ, ਉਹਨਾਂ ਦੀਆਂ ਸਮੱਸਿਆਵਾਂ ਸੁਣ ਸਕੀਏ ਔਰ ਉਹਨਾਂ ਨੂੰ ਛੇਤੀ ਤੋਂ ਛੇਤੀ ਹੱਲ ਕੀਤਾ ਜਾ ਸਕੇ। ਬਿਲਕੁਲ, ਮੇਰੇ ਖਿਆਲ 'ਚ ਸਾਰਿਆਂ ਵਾਸਤੇ ਲਾਜ਼ਮੀ ਹੈਗਾ ਇਹ। ਹਾਂਜੀ ਬਿਲਕੁਲ। ਤਾਂ ਬਹੁਤ ਵਧੀਆ ਗੱਲ ਹੈਗੀ ਤੁਸੀਂ ਇਸ ਉਪਰਾਲਿਆਂ ਨੂੰ ਕੀਤਾ। ਇੱਕ ਸ਼ਸ਼ਨਦੀਪ ਇਹ ਜ਼ਰੂਰ ਸਾਡੇ ਸੁਣਨ ਵਾਲਿਆਂ ਨਾਲ ਸਾਂਝਾ ਕਰੋ ਕਿ ਅੱਜ ਜਦੋਂ ਇੱਕ ਮਾਡਲ 'ਤੇ ਖੇਤੀ ਦੇ ਮਾਡਲ 'ਤੇ ਕੰਮ ਹੋ ਰਿਹਾ ਅਤੇ ਘਰਾਂ 'ਚ ਵੀ ਪਿੰਡਾਂ ਦੇ ਵਿੱਚ ਵੀ, ਅਤੇ ਸਾਡੇ ਸੁਣਨ 'ਚ ਆਇਆ ਕਿ ਤੁਸੀਂ ਜਿਹੜਾ ਪਿੰਡ 'ਚ ਰੇਨ ਵਾਟਰ ਰੀਚਾਰਜ ਪਿੱਟ ਬਣਾਏ ਆ,
ਉਹਦਾ ਤਜਰਬਾ ਕੀ ਰਿਹਾ ਪਿੰਡ ਦੇ ਲੋਕਾਂ ਨੂੰ, ਤਾਂ ਕਿ ਹੋਰ ਲੋਕ ਵੀ ਜਿਹੜਾ ਮੀਂਹ ਦਾ ਪਾਣੀ ਹੈ ਸੰਭਾਲਣ ਦਾ ਯਤਨ ਕਰਨ, ਜਾਂ ਦੂਜੀਆਂ ਪੰਚਾਇਤਾਂ ਨੂੰ ਵੀ ਕਰਨਾ ਚਾਹੀਦਾ ਲੀਹ ਪਾੜ ਕੇ। ਔਰ ਪਾਣੀ ਦੀ ਸੰਭਾਲ ਵਾਸਤੇ ਅਕਸਰ ਅਸੀਂ ਪਿੰਡਾਂ 'ਚ ਦੇਖਦੇ ਹਾਂ ਕਿ ਪਾਣੀ ਦੀ ਵੇਸਟੇਜ ਬਹੁਤ ਜ਼ਿਆਦਾ ਹੈ, ਦੁਰਵਰਤੋਂ ਬਹੁਤ ਜ਼ਿਆਦਾ ਹੈ। ਤੇ ਪਿੰਡ ਮਾਣਕਖਾਨਾ ਦੀ ਸਰਪੰਚ ਸ਼ੈਸ਼ਨਦੀਪ ਨੇ ਉਸ ਪਾਣੀ ਨੂੰ ਕਿਵੇਂ ਸਟੋਰ ਕਰਨਾ ਕੀਤਾ, ਤੇ ਉਹਦੇ ਲਈ ਮੇਰੇ ਖਿਆਲ 'ਚ ਕਾਫੀ ਜ਼ਿਆਦਾ ਪ੍ਰਸ਼ੰਸਾ ਵੀ ਤੁਸੀਂ ਖੱਟੀ ਹੈ। ਅਸੀਂ ਜਿਸ ਇਲਾਕੇ ਤੋਂ ਆਪਾਂ ਹਾਂ ਬਠਿੰਡਾ ਬੇਸਿਕਲੀ, ਇੱਥੇ ਜਿਹੜਾ ਪਾਣੀ ਦਾ ਲੈਵਲ ਆ ਉਹ ਬਹੁਤ ਨੀਚੇ ਜਾ ਰਿਹਾ ਹੈ ਤੇ ਸਾਨੂੰ ਪਤਾ ਕਿ ਪਾਣੀ ਦੀ ਕੁਆਲਿਟੀ ਹੈ ਜਿਹੜੀ ਉਹ ਵੀ ਵਧੀਆ ਨਹੀਂ। ਬਠਿੰਡੇ ਵਾਲਿਆਂ ਨੂੰ ਇਹ ਕਹਿ ਦਿੱਤਾ ਜਾਂਦਾ ਕਿ ਇਹਨਾਂ ਨੂੰ ਦੂਰੋਂ ਹੀ ਪਛਾਣ ਲਿਆ ਜਾਂਦਾ ਕਿ ਇੱਥੇ ਇਹਨਾਂ ਦੇ ਜਿਹੜੇ ਹੈਗੇ ਆ ਪਾਣੀ ਦੇ ਕਰਕੇ ਇਹਨਾਂ ਦੇ ਕੁਝ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਨੇ। ਤਾਂ ਉਹ ਮੈਨੂੰ ਬੜੀ ਮਾੜੀ ਲੱਗਦੀ ਸੀ ਤੇ ਮੈਨੂੰ ਇਹ ਹੁੰਦਾ ਸੀ ਵੀ ਸਾਡੇ ਪਾਣੀ ਦੀ ਜਿਹੜੀ ਕੁਆਲਿਟੀ ਹੈ, ਜੋ ਆਪਾਂ ਕਰ ਸਕਦੇ ਹਾਂ ਸਾਨੂੰ ਕਰਨਾ ਚਾਹੀਦਾ। ਇਸ ਲਈ ਮੀਂਹ ਦੇ ਪਾਣੀ ਦੀ ਸਾਂਭ ਸੰਭਾਲ ਦੇ ਲਈ ਇੱਕ ਪ੍ਰੋਜੈਕਟ ਹੈਗਾ ਸਵੱਛ ਭਾਰਤ ਮਿਸ਼ਨ ਦੇ ਅੰਤਰਗਤ ਹੀ, ਕਿ ਤੁਸੀਂ ਸੋਕੇਜ ਪਿਟਸ ਆਪਣੇ ਘਰ ਘਰ ਬਣਾ ਸਕਦੇ ਹੋ। ਮੈਂ ਜਦੋਂ ਇਹ ਪ੍ਰੋਜੈਕਟ ਲਿਆ ਤਾਂ ਮਤਲਬ ਵੀ ਮੈਨੂੰ ਸਾਰਿਆਂ ਨੇ ਕਿਹਾ ਵੀ ਇਹ ਬਹੁਤ ਖੱਜਲ ਖੁਆਰੀ ਵਾਲਾ, ਵੀ ਤੁਹਾਨੂੰ ਰੋਜ਼ ਦੇਖਣਾ ਪਊਗਾ ਜਾਂ ਰੋਜ਼ ਜਾਣਾ ਪਊਗਾ, ਹਰ ਘਰ ਦੇ ਵਿੱਚ ਬਣਾਉਣਾ ਇਹ ਬਹੁਤ ਔਖਾ ਹੈਗਾ। ਤਾਂ ਮੈਨੂੰ ਪਰ ਮੇਰੇ ਇੱਕ ਚੀਜ਼ ਸੀ ਕਿ ਮੈਂ ਇਹ ਚੀਜ਼ ਕਰਨੀ ਹੈ, ਕਿਉਂਕਿ ਫਿਰ ਉਹੀ ਗੱਲ ਕਿ ਹੋਰ ਕਿਸੇ ਨੇ ਪੰਗਾ ਲੈਣਾ ਨਹੀਂ। ਬਠਿੰਡੇ ਜ਼ਿਲ੍ਹੇ 'ਚੋਂ ਇੱਕੋ ਹੀ ਇੱਕ ਪਿੰਡ ਹੈ ਜਿੱਥੇ 60 ਘਰਾਂ ਦੇ ਵਿੱਚ ਸੋਕੇਜ ਪਿਟਸ ਹੈਗੇ ਬਣੇ ਹੋਏ ਆ। ਔਰ ਲਿਕੁਇਡ ਵੇਸਟ ਮੈਨੇਜਮੈਂਟ ਦਾ ਜਿਹੜੇ ਹੋਰ ਪ੍ਰੋਜੈਕਟ ਸੀ ਉਹਨਾਂ ਦੇ ਵਿੱਚ ਫੰਡਸ ਬਹੁਤ ਜ਼ਿਆਦਾ ਲੱਗਦੇ ਸੀਗੇ, ਤਾਂ ਮੈਨੂੰ ਲੱਗਦਾ ਸੀ ਘੱਟ ਫੰਡਸ ਦੇ ਲਈ ਜੇ ਕੋਈ ਚੀਜ਼ ਹੋ ਸਕਦੀ ਹੈ ਤਾਂ ਉਹ ਇਹੀ ਪ੍ਰੋਜੈਕਟ ਹੋ ਸਕਦਾ। ਫਿਰ ਇੱਥੇ ਵੀ ਜਿਹੜੇ ਆਪਣੇ ADCD IS ਪਰਮਵੀਰ ਸਰ ਹੈ ਜਿਨ੍ਹਾਂ ਨੇ ਲਾਇਬ੍ਰੇਰੀਆਂ ਬਣਵਾਈਆਂ ਆਪਣੇ ਇਲਾਕੇ ਦੇ ਵਿੱਚ, ਉਹਨਾਂ ਨੇ ਇਸ ਚੀਜ਼ ਲਈ ਮੈਨੂੰ ਵੀ ਮੋਟੀਵੇਟ ਕੀਤਾ ਕਿ ਸੈਸ਼ਨ ਤੁਸੀਂ ਇਹ ਚੀਜ਼ ਆਪਣੇ ਪਿੰਡ ਦੇ ਵਿੱਚ ਕਰੋ, ਤਾਂ ਕਿ ਆਪਾਂ ਇਸ ਇਲਾਕੇ ਦੇ ਵਿੱਚ ਥੋੜੀ ਬਹੁਤ ਚੀਜ਼ ਹੈ ਜੋ ਪਾਣੀ ਨੂੰ ਸੰਭਾਲਣ ਦੇ ਲਈ ਆਪਣੇ ਇਲਾਕੇ ਦੇ ਵਿੱਚ ਕਰ ਸਕੀਏ। ਔਰ ਫਿਰ ਅਸੀਂ ਸ਼ੁਰੂਆਤ ਕੀਤੀ ਇਸ ਪ੍ਰੋਜੈਕਟ ਦੀ। ਔਰ ਕਈ ਲੋਕਾਂ ਨੇ ਉਦੋਂ ਵੀ ਕਿਹਾ ਵੀ ਇਹ ਸਾਡੇ ਜਿਹੜੀ ਆ ਫਰਸ਼ ਪੱਟੀ ਜਾਊਗੀ ਜੀ, ਅਸੀਂ ਨਹੀਂ ਆਪਣੇ ਘਰਾਂ 'ਚ ਲਗਵਾਉਣਾ। ਮਤਲਬ ਬਹੁਤ ਸਿਲੀ ਜੇ ਉਹਨਾਂ ਦੇ ਉਹ ਸੀਗੇ ਬਹਾਨੇ ਸੀਗੇ ਇਸ ਪ੍ਰੋਜੈਕਟ ਨੂੰ ਨਾ ਕਰਨ ਦੇ। ਪਰ ਫਿਰ ਵੀ ਮੈਂ ਹੌਲੀ ਮਨਾ ਕੇ ਤਕਰੀਬਨ 60 ਘਰਾਂ ਦੇ ਵਿੱਚ, ਸਾਡੇ ਪਿੰਡ ਦੇ ਵਿੱਚ 105 ਘਰ ਨੇ, 60 ਘਰਾਂ ਦੇ ਵਿੱਚ ਅਸੀਂ ਇਹ ਬਣਾ ਚੁੱਕੇ ਹਾਂ। ਔਰ ਹੁਣ ਜਿਹੜੀਆਂ ਸਾਡੀਆਂ ਪੰਚਾਇਤੀ ਥਾਵਾਂ ਨੇ ਜਾਂ ਸਾਂਝੀਆਂ ਥਾਵਾਂ ਨੇ ਉਹਨਾਂ ਉੱਪਰ ਵੀ ਅਸੀਂ ਇਹਨਾਂ ਨੂੰ ਬਣਾਵਾਂਗੇ। ਅੱਛਾ, ਇਹਦੇ ਨਾਲ ਹੀ ਜੁੜਦਾ ਸਵਾਲ ਇਹ ਹੈਗਾ ਕਿ ਅਕਸਰ ਪਿੰਡਾਂ ਦੇ ਵਿੱਚ ਜੇ ਕਿਤੇ ਘਰਾਂ ਦੇ ਨਾਂ ਰੱਖੇ ਜਾਂਦੇ ਆ ਤਾਂ ਉਹ ਕਹਿੰਦੇ ਆ ਕਿ ਮਰਦ ਪ੍ਰਧਾਨ ਸਮਾਜ ਹੈ। ਅੱਜ ਵੈਸੇ ਔਰਤਾਂ ਦਾ ਦਿਨ ਹੈ, ਕਰਵਾ ਚੌਥ ਦਾ ਦਿਨ ਹੈ, ਤੇ ਅਸੀਂ ਉਸ ਦਿਨ ਤੇ ਰੂਬਰੂ ਕਰ ਰਹੇ ਹਾਂ। ਤਾਂ ਫਿਰ ਮੈਨੂੰ ਇਹ ਲੱਗਦਾ ਕਿ ਤੁਸੀਂ ਇੱਕ ਵੱਖਰਾ ਕੰਮ ਕੀਤਾ ਕਿ ਪਿੰਡ ਦੀਆਂ ਔਰਤਾਂ ਨੂੰ ਮੋਹਰੀ ਬਣਾ ਲਿਆ, ਉਹਨਾਂ ਦੇ ਨਾਵਾਂ ਤੇ ਨੇਮ ਪਲੇਟਾਂ ਲਾਤੀਆਂ ਘਰਾਂ ਤੇ ਫਿਰ ਜਿਹੜੇ ਪਿੰਡ ਦੇ ਮਰਦ ਪ੍ਰਧਾਨ ਸਮਾਜ ਜਿਹਦੀ ਆਪਾਂ ਗੱਲ ਕਰਦੇ ਹਾਂ, ਤੇ ਫਿਰ ਉਹਨਾਂ ਦੇ ਵਿਰੋਧ ਦਾ ਸਾਹਮਣਾ ਉਹਨਾਂ ਦੇ ਘਰਾਂ 'ਚ ਕੋਈ ਇਸ ਤਰ੍ਹਾਂ ਦਾ ਕਲੇਸ਼ ਸ਼ੁਰੂ ਤਾਂ ਨਹੀਂ ਹੋਇਆ? ਇਹ ਕਿਵੇਂ ਸੰਭਵ ਹੋਇਆ ਤੇ ਕਿਸ ਤਰ੍ਹਾਂ ਜਿਹੜਾ ਇਹਨੂੰ ਨੇਪਰੇ ਚਾੜਿਆ? ਸੋ ਇਹ ਸੀਗਾ ਕਿ ਇੱਕ ਪੰਚਾਇਤ ਨੇ ਸੋਚਣਾ ਹੁੰਦਾ ਕਿ ਤੁਸੀਂ ਹਰ ਵਰਗ ਦੇ ਲਈ ਕੁਝ ਕਰਦੇ ਹੋ, ਔਰਤਾਂ ਦੇ ਲਈ ਕੀ ਕੁਝ ਕਰਦੇ ਹੋ। ਤਾਂ ਔਰਤਾਂ ਦੇਖੋ ਆਪਣੇ ਸਮਾਜ ਦੇ ਵਿੱਚ ਪਹਿਲਾਂ ਹੀ ਵਿਚਾਰਿਆਂ ਨੂੰ ਬਹੁਤ ਸਮੇਂ ਤੋਂ ਜਿਹੜਾ ਸ਼ੋਸ਼ਣ ਹੈ ਜਿਹੜਾ ਸਹਿਣਾ ਪੈਂਦਾ ਹੈਗਾ, ਉਹਨਾਂ ਨਾਲ ਧੱਕੇਸ਼ਾਹੀ ਹੁੰਦੀ ਹੈ। ਸੋ ਉਹਨਾਂ ਦੇ ਸਮਾਜ ਦੇ ਵਿੱਚ ਇੱਕ ਕੌਨਫੀਡੈਂਸ ਉਹਨਾਂ ਦਾ ਵਧੇ ਕਿ ਵੀ ਅਸੀਂ ਵੀ ਸਮਾਜ ਦੇ ਵਿੱਚ ਰਹਿੰਦੇ ਹਾਂ, ਸਾਡੀ ਵੀ ਕੁਝ ਅਹਿਮੀਅਤ ਹੈਗੀ ਆ। ਇਸ ਲਈ ਇਹ ਜਿਹੜਾ ਛੋਟਾ ਜਿਹਾ ਪ੍ਰੋਜੈਕਟ ਹੈ ਇਹਦੀ ਸਟਾਰਟਿੰਗ ਹੋਈ ਸੀ, ਅਸੀਂ ਇੱਕ ਪਿੰਡ ਵਿਜ਼ਿਟ ਕੀਤਾ ਸੀਗਾ ਔਰ ਉੱਥੇ ਅਸੀਂ ਦੇਖਿਆ ਕਿ ਪਿੰਡਾਂ ਦੇ ਘਰਾਂ ਦੇ ਵਿੱਚ ਔਰਤਾਂ ਦੇ ਨੇਮ ਪਲੇਟਸ ਲੱਗੀਆਂ ਹੋਈਆਂ ਸੀ। ਤਾਂ ਮੈਨੂੰ ਲੱਗਿਆ ਕਿਉਂ ਨਹੀਂ ਅਸੀਂ ਆਪਦੇ ਪਿੰਡ ਦੇ ਵਿੱਚ ਇਹ ਸ਼ੁਰੂ ਕਰ ਸਕਦੇ। ਔਰ ਇਹ ਆਈਡੀਆ ਵੀ ਵੈਸੇ ਪੰਚਾਇਤ ਸੈਕਟਰੀ ਪਰਮਜੀਤ ਸਿੰਘ ਭੁੱਲਰ ਜੀ ਦਾ ਸੀਗਾ ਕਿ ਉਹਨਾਂ ਨੇ ਕਿਹਾ ਵੀ ਆਪਾਂ ਵੀ ਆਪਣੇ ਪਿੰਡ ਦੇ ਵਿੱਚ ਇਹ ਪ੍ਰੋਜੈਕਟ ਸ਼ੁਰੂ ਕਰ ਸਕਦੇ ਹਾਂ। ਔਰ ਜੋ ਵੀ ਸਾਨੂੰ ਦਾਨ ਮਿਲਿਆ ਉਸ ਵਕਤ ਅਸੀਂ ਉਸ ਨੂੰ ਲੈ ਕੇ ਆਪਣੇ ਪਿੰਡ ਦੇ ਵਿੱਚ ਹਰ ਘਰ ਦੇ ਅੱਗੇ ਨੇਮ ਪਲੇਟ ਹੈ ਜਿਹੜੀ ਉਹ ਔਰਤ ਦੇ ਨਾਮ ਦੀ ਲਗਾਈ। ਤੇ ਇਸ ਗੱਲ ਦਾ ਵੀ ਧਿਆਨ ਰੱਖਿਆ ਕਿ ਕਲੇਸ਼ ਨਾ ਹੋਵੇ, ਉਸ ਦੇ ਨਾਲ ਨੀਚੇ ਲਿਖਤਾ ਵਾਈਫ ਆਫ, ਤਾਂ ਕਿ ਜੈਂਡਰ ਇਕੁਐਲਿਟੀ ਨੂੰ ਹੀ ਪ੍ਰਮੋਟ ਕੀਤਾ ਜਾਵੇ। ਇੱਥੇ ਕੋਈ ਕਿਸੇ ਤੋਂ ਪਿੱਛੇ ਨਹੀਂ ਹੈਗਾ, ਸਭ ਇੱਕੋ ਜਿਹਾ। ਬਸ ਇੱਕ ਔਰਤ ਨੂੰ ਥੋੜਾ ਜਿਹਾ ਅਸੀਂ ਚਾਹੁੰਦੇ ਸੀ ਕਿ ਕੌਨਫੀਡੈਂਸ ਹੋਵੇ, ਉਹਨਾਂ ਨੂੰ ਵੀ ਸਨਮਾਨ ਮਿਲੇ। ਔਰ ਇਸ ਤੋਂ ਬਾਅਦ ਇੱਕ ਮਤਲਬ ਪਿੰਡ ਦੀ ਬੀਬੀ ਨੇ ਮੈਨੂੰ ਕਿਹਾ ਕਿ ਮੈਨੂੰ ਘਰ ਤੋਂ ਬਾਹਰ ਜਾਣ ਦੀ ਵੀ ਇਜਾਜ਼ਤ ਨਹੀਂ ਹੈ, ਵੀ ਜੇ ਜਾਣਾ ਵੀ ਹੈ ਤਾਂ ਪੁੱਛ ਕੇ ਜਾਣਾ। ਗੁਰਦੁਆਰੇ ਤੱਕ ਵੀ ਮਤਲਬ ਮੈਂ ਐਂ ਖੁੱਲੀ ਡੁੱਲੀ ਇੱਕ ਜੇ ਹਵਾ ਦੇ ਵਿੱਚ ਜਾ ਨਹੀਂ ਸਕਦੀ ਹੈਗੀ। ਤੇ ਪਰ ਮੈਨੂੰ ਨੇਮ ਪਲੇਟ ਤੇ ਆਪਦਾ ਨਾਮ ਦੇਖ ਕੇ ਜੋ ਮਹਿਸੂਸ ਹੋਇਆ ਮੈਂ ਉਹਨੂੰ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ। ਤੇ ਇਹ ਸੁਣ ਕੇ ਮੈਨੂੰ ਵੀ ਲੱਗਿਆ ਕਿ ਚਲੋ ਕਿਸੇ ਇੱਕ ਬੰਦੇ ਨੂੰ ਤਾਂ ਕੋਈ ਉਹ ਚੀਜ਼ ਮਹਿਸੂਸ ਹੋਈ ਜੋ ਮੈਂ ਚਾਹੁੰਦੀ ਸੀ ਕਿ ਹੋਵੇ। ਸੋ ਇਹ ਪ੍ਰੋਜੈਕਟ ਨਾਲ ਇਹ ਚੀਜ਼ਾਂ ਹੋਈਆਂ ਜੀ। ਬਹੁਤ ਖੂਬ। ਬਿਲਕੁਲ ਇੱਕ ਐਜੂਕੇਸ਼ਨ ਬਾਰੇ ਜ਼ਰੂਰ ਸਾਡੇ ਸੁਣਨ ਵਾਲਿਆਂ ਨਾਲ ਸਾਂਝ ਪਾਓ ਕਿ ਕੀ ਐਜੂਕੇਸ਼ਨ ਹੈ। ਜਦੋਂ ਤੁਸੀਂ ਸਰਪੰਚ ਬਣੇ ਉਦੋਂ ਕਿੰਨੀ ਉਮਰ ਸੀ?
ਕਿਉਂਕਿ ਬਹੁਤਿਆਂ ਨੂੰ ਨਹੀਂ ਪਤਾ ਭਾਵੇਂ ਵੀ ਮਤਲਬ ਛੋਟੀ ਉਮਰ ਦੇ ਵਿੱਚ ਸਰਪੰਚ ਬਣਨਾ, ਉਹਦਾ ਤਜਰਬਾ ਹੁਣ ਦਾ 4 ਸਾਲ ਤੁਹਾਡੀ ਸਰਪੰਚੀ ਨੂੰ ਹੋ ਗਏ। ਇਹ ਜਿਹੜੇ ਬਰੀਫ ਦੇ ਵਿੱਚ ਹੀ ਥੋੜ੍ਹੇ ਜਿਹੇ ਤੇ ਇਹ ਸਾਂਝੇ ਜ਼ਰੂਰ ਕਰੋ, ਫਿਰ ਆਪਾਂ ਰਸਮੀ ਸਵਾਲਾਂ ਤੋਂ ਅੱਗੇ ਵੱਧਦੇ ਹਾਂ ਜੀ। ਸੋ ਮੈਂ 22 ਸਾਲ ਦੀ ਸੀ ਜਦੋਂ ਪਿੰਡ ਦੀ ਸਰਪੰਚ ਬਣੀ, ਔਰ ਉਦੋਂ ਮੈਂ ਗ੍ਰੈਜੂਏਸ਼ਨ ਕਰ ਲਈ ਸੀ, BSc ਐਗਰੀਕਲਚਰ ਦੇ ਵਿੱਚ ਕੀਤੀ ਹੈ, ਔਰ ਹੁਣ ਮੈਂ ਮਾਸਟਰਸ ਕਰ ਰਹੀ ਹਾਂ ਪੋਲੀਟੀਕਲ ਸਾਇੰਸ ਦੇ ਵਿੱਚ ਡਿਸਟੈਂਸ ਐਜੂਕੇਸ਼ਨ ਲਰਨਿੰਗ ਦੇ ਥਰੂ ਹੀ ਪੰਜਾਬੀ ਯੂਨੀਵਰਸਿਟੀ ਤੋਂ ਰੀਸੈਂਟਲੀ ਫਾਰਮ ਭਰਿਆ। ਔਰ ਵਿੱਚ ਥੋੜ੍ਹਾ ਜਿਹਾ ਮੇਰਾ ਐਜੂਕੇਸ਼ਨ ਦਾ ਗੈਪ ਪੈ ਗਿਆ, ਜਿਸ ਨੂੰ ਮੈਨੂੰ ਹਮੇਸ਼ਾ ਇਹ ਰਹਿੰਦਾ ਕਿ ਯਾਰ ਮੈਂ ਪੜ੍ਹਾਈ ਤੋਂ ਨਾ ਛੁੱਟ ਜਾਵਾਂ, ਕਿਉਂਕਿ ਪੜ੍ਹਾਈ ਦੇ ਲਈ ਮੇਰਾ ਸ਼ੁਰੂ ਤੋਂ ਇੰਟਰਸਟ ਸੀ। ਬਚਪਨ ਤੋਂ ਹੀ ਮੰਮੀ ਨੇ ਅਖਬਾਰ ਪੜ੍ਹਨ ਦਾ ਲਾਇਆ, ਉਹਦੇ ਵਿੱਚ ਕਹਾਣੀਆਂ ਪੜ੍ਹਦੇ ਸੀ, ਫਿਰ ਹੌਲੀ ਹੌਲੀ ਕਿਤਾਬਾਂ ਪੜ੍ਹਨ ਦਾ ਸ਼ੌਂਕ ਵੀ ਜਾਗਿਆ। ਔਰ ਇਸੇ ਲਈ ਜਿਹੜਾ ਮੈਂ ਆਪਣੇ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਪ੍ਰੋਜੈਕਟ ਕੀਤਾ ਸੀ, ਉਹ ਲਾਇਬ੍ਰੇਰੀ ਦਾ ਕੀਤਾ ਸੀਗਾ ਕਿ ਆਪਣੇ ਪਿੰਡ ਦੇ ਵਿੱਚ ਇੱਕ ਲਾਇਬ੍ਰੇਰੀ ਬਣਾਈ, ਅੰਮ੍ਰਿਤਾ ਪ੍ਰੀਤਮ ਯਾਦਗਾਰੀ ਲਾਇਬ੍ਰੇਰੀ, ਔਰ ਜਿਸ ਦੇ ਵਿੱਚ ਹੁਣ ਅਲੱਗ-ਅਲੱਗ ਪਿੰਡਾਂ ਤੋਂ ਵੀ ਈਵਨ ਜਿਵੇਂ ਪਹਿਲਾਂ ਭੁਪਿੰਦਰ ਸਰ ਜੀ ਨੇ ਦੱਸਿਆ ਕਿ ਈਵਨ ਉਹ ਵੀ ਵਿਜ਼ਿਟ ਕਰਕੇ ਆਏ ਆ, ਅਲੱਗ-ਅਲੱਗ ਸ਼ਹਿਰਾਂ ਤੋਂ ਵੀ ਲੋਕ ਵਿਜ਼ਿਟ ਕਰਦੇ ਔਰ ਕਿਤਾਬਾਂ ਜਿਹੜੀਆਂ ਲੈ ਕੇ ਜਾਂਦੇ ਨੇ। ਅੱਛਾ, ਤੁਸੀਂ ਲਾਇਬ੍ਰੇਰੀ ਬਣਾਈ, ਤੁਹਾਡੀ ਗੱਲ 'ਚੋਂ ਗੱਲ ਕਿ ਲਾਇਬ੍ਰੇਰੀ 'ਚ ਪੜ੍ਹਨ ਕਿੰਨੇ ਕੁ ਲੋਕ ਆਉਂਦੇ ਆ? ਪਿੰਡ ਦੇ ਲੋਕ ਲੱਗੇ ਇਸ ਕੰਮ 'ਤੇ ਕਿ ਵੀ ਪੜ੍ਹਨਾ ਚਾਹੀਦਾ ਕਿਤਾਬਾਂ ਨੂੰ? ਹਾਂਜੀ ਬਿਲਕੁਲ, ਪਿੰਡ ਦੇ ਲੋਕ ਵੀ ਆਉਂਦੇ ਨੇ, ਬਹੁਤ ਬੱਚੇ ਵੀ ਆਉਂਦੇ ਆ, ਬਜ਼ੁਰਗ ਵੀ ਆਉਂਦੇ ਆ, ਔਰ ਉਹ ਬੀਬੀਆਂ ਵੀ ਆਉਂਦੀਆਂ ਜੋ ਪਹਿਲਾਂ 5ਵੀਂ ਤੱਕ ਪੜ੍ਹੀਆਂ ਹੋਈਆਂ ਨੇ ਔਰ ਕਿਤਾਬਾਂ ਪੜ੍ਹਨ ਦਾ ਸ਼ੌਂਕ ਰੱਖਦੀਆਂ ਨੇ, ਔਰ ਕਹਿੰਦੀਆਂ ਨੇ ਵੀ ਘਰੇ ਬੈਠੇ ਰਹਿੰਦੇ ਆ ਸਾਰਾ ਦਿਨ, ਕੁਛ ਨਾ ਕੁਛ ਕਿਹਾ ਜਾਂਦਾ, ਕਲੇਸ਼ ਹੋ ਜਾਂਦਾ, ਹੁਣ ਚੱਲ ਇੱਥੇ ਆ ਕੇ ਬੈਠ ਜਾਈਦਾ, ਨਾਲੇ ਤਾਂ AC ਦਾ ਆਨੰਦ ਮਾਣ ਲਈਦਾ, ਨਾਲੇ ਨਾਲ ਕਿਤਾਬਾਂ ਪੜ੍ਹ ਲਈਦੀਆਂ। ਔਰ ਉਹ ਕਿਤਾਬਾਂ ਪੜ੍ਹ ਕੇ ਸਿਰਫ ਇਹ ਨਹੀਂ ਕਿ ਉਹਨਾਂ ਤੱਕ ਰਹਿ ਜਾਂਦੇ ਆ, ਕਿ ਉਹਨਾਂ ਨੇ ਜਿਵੇਂ ਮੈਨੂੰ ਦੱਸਿਆ ਕਿ ਇੱਕ ਮੋਰਲ ਸਟੋਰੀ ਪੜ੍ਹਦੇ ਆ ਤਾਂ ਉਹ ਘਰੇ ਜਾ ਕੇ ਆਪਣੇ ਬੱਚਿਆਂ ਨੂੰ ਵੀ ਦੱਸਦੇ ਆ ਕਿ ਅਸੀਂ ਕੀ ਸਿੱਖਿਆ ਉਹਨਾਂ ਕਿਤਾਬਾਂ ਤੋਂ। ਜਿਵੇਂ ਕਹਿੰਦੇ ਨੇ ਕਿ ਜੇ ਇੱਕ ਔਰਤ ਪੜ੍ਹਦੀ ਹੈ ਤਾਂ ਪੂਰਾ ਪਰਿਵਾਰ ਹੀ ਪੜ੍ਹਦਾ, ਤੇ ਆਪਦੇ ਬੱਚਿਆਂ ਨੂੰ ਵੀ ਉਹ ਸਿੱਖਿਆ ਦਿੰਦੇ ਆ ਕਿ ਭਾਈ ਇਹ ਚੀਜ਼ ਸਹੀ ਆ, ਇਹ ਗਲਤ ਆ। ਤੇ ਇਸ ਨਾਲ ਮੈਨੂੰ ਲੱਗਦਾ ਵੀ ਮੇਰਾ ਪਿੰਡ ਆ ਜਿਹੜਾ ਪੜ੍ਹਾਈ ਦੇ ਲੈਵਲ ਵੱਲ ਇੱਕ ਕਦਮ ਅੱਗੇ ਵਧ ਰਿਹਾ। ਚਲੋ, ਬਹੁਤ ਸੋਹਣੀ ਗੱਲ ਹੈ। ਹੁਣ ਥੋੜ੍ਹੀ ਜਿਹੀ ਜਿਹੜੀ ਗੱਲ ਆਪਾਂ ਇਹਦੇ 'ਤੇ ਕਰੀਏ, ਕਿਉਂਕਿ ਜਿਹੜਾ ਸਮਾਜਿਕ ਨਜ਼ਰੀਆ ਹੈਗਾ ਅੱਜ ਔਰਤ ਦੀ ਦਸ਼ਾ ਤੇ ਦਿਸ਼ਾ ਬਾਰੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਔਰਤ ਨੂੰ ਕਿਸ ਤਰ੍ਹਾਂ ਕਿਸ ਨਜ਼ਰੀਏ 'ਚੋਂ ਵੇਖਿਆ ਜਾਂਦਾ ਹੈ। ਹੋ ਸਕਦਾ ਤੁਸੀਂ ਆਪਣੇ ਨਜ਼ਰੀਏ ਤੋਂ ਇਹਦਾ ਜਵਾਬ ਦੇ ਦਿਓ ਜੇ। ਅੱਜ ਗਲੈਮਰ ਦੀ ਦੁਨੀਆ, ਅੱਜ ਇੱਕ ਔਰਤ ਨੂੰ, ਇੱਕ ਕੁੜੀ ਨੂੰ ਜੇ ਕੋਈ ਸਟਾਲ 'ਤੇ ਵੀ ਖੜੀ ਕਰਦਾ ਤਾਂ ਇਹ ਨਜ਼ਰੀਏ ਤੋਂ ਕਰਦਾ ਹੈ ਕਿ ਉਹਦੇ ਕੋਲ ਗਾਹਕ ਜ਼ਿਆਦਾ ਆਵੇਗਾ। ਮਤਲਬ ਇਹ ਪਿਰਤ ਨੂੰ ਤੋੜਨ ਵਾਸਤੇ, ਇਸ ਦਿਸ਼ਾ ਨੂੰ ਤੋੜਨ ਵਾਸਤੇ ਸ਼ਸ਼ਨਦੀਪ ਕੀ ਸੁਨੇਹਾ ਦੇਣਾ ਚਾਹੁੰਦੀ ਹੈ ਅੱਜ ਦੀਆਂ ਇਹਨਾਂ ਬੱਚੀਆਂ ਨੂੰ, ਤਾਂ ਕਿ ਇਹਨਾਂ ਨੇ ਵੀ ਆਉਣ ਵਾਲੇ ਸਮੇਂ 'ਚ ਹੋ ਸਕਦਾ ਕੋਈ ਸਰਪੰਚ ਬਣ ਜਾਵੇ, ਕੋਈ ਹੋਰ ਉਪਲਬਧੀ ਕਰੇ, ਹੈ ਨਾ? ਤਾਂ ਔਰਤ ਦੀ ਦਸ਼ਾ ਤੇ ਦਿਸ਼ਾ ਇਹਦੇ ਤੋਂ ਅੱਗੇ ਅਗਾਂਹ ਜਿਹੜਾ ਕਦਮ ਹੈ ਪੁੱਟਣ ਵਾਲੀ ਗੱਲ। ਸ਼ਸ਼ਨਦੀਪ ਸਰਪੰਚ ਬਣ ਕੇ ਬਹੁਤ ਸੋਹਣਾ ਨਾਮ ਨਾ ਖੱਟ ਲਿਆ, ਬਹੁਤ ਵਧੀਆ ਹੋ ਗਿਆ। ਇਹਨਾਂ ਕੁੜੀਆਂ ਬੱਚੀਆਂ ਬਾਰੇ ਵੀ ਕਿ ਇਹਨਾਂ ਦੇ ਮਨਾਂ 'ਚ ਵੀ ਕੋਈ ਖਿਆਲ ਉਡਾਰੀ ਭਰੀ ਜਾਵੇ ਕਿ ਇਹ ਜਿਹੜੀਆਂ ਮਿੱਥਾਂ ਨੇ ਕਿਵੇਂ ਟੁੱਟਣਗੀਆਂ ਸਾਡੀਆਂ, ਇਹ ਜਿਹੜਾ ਗਲੈਮਰ ਵਾਲਾ ਸਿਸਟਮ ਹੈ ਇਹਦੋਂ ਬਾਹਰ ਆ ਕੇ ਵੀ ਇੱਕ ਨਜ਼ਰੀਆ ਹੈਗਾ। ਔਰਤ ਨੂੰ ਭਾਵੇਂ ਬਰਾਬਰ ਦੀ ਸਮਝਿਆ ਜਾਂਦਾ, 50% ਹਿੱਸਾ ਹੁੰਦਾ, ਪਰ ਲੋਕ ਮਸਲਿਆਂ ਦੇ ਵਿੱਚ, ਲੋਕ ਝਗੜਿਆਂ ਦੇ ਵਿੱਚ ਔਰਤ ਨੂੰ ਕਿਤੇ ਨਾ ਕਿਤੇ ਹੋਰ ਤਰੀਕੇ ਨਾਲ ਪੇਸ਼ ਕੀਤਾ ਜਾਂਦਾ। ਤੁਸੀਂ ਕੀ ਦੇਖਦੇ ਹੋ ਇਸ ਗੱਲ ਨੂੰ? ਸੋ ਜਿਵੇਂ ਤੁਸੀਂ ਕਿਹਾ ਕਿ ਇਹਨਾਂ ਲੜਕੀਆਂ ਲਈ ਮੈਂ ਜ਼ਰੂਰ ਕੁਝ ਕਹਿਣਾ ਚਾਹੂੰਗੀ ਕਿ ਤੁਸੀਂ ਉਹ ਕਰਿਓ ਜੋ ਤੁਹਾਡੇ ਦਿਲ ਵਿੱਚ ਹੈ, ਜੋ ਤੁਸੀਂ ਕਰਨਾ ਚਾਹੁੰਦੇ ਹੋ। ਤੁਸੀਂ ਇਹ ਨਾ ਕਰਿਓ ਕਿ ਤੁਹਾਨੂੰ ਕਹਿ ਦਿੱਤਾ ਤੇ ਤੁਸੀਂ ਕਿਹਾ ਹਾਂਜੀ ਮੈਂ ਠੀਕ ਹੈ, ਇਹ ਚੀਜ਼ ਕਰ ਦਾਂਗੀ, ਪਰ ਨਹੀਂ। ਤੁਸੀਂ ਸਮਾਜ ਨੂੰ ਦੇਖਦੇ ਹੋਏ, ਸਮਾਜ ਦੀਆਂ ਜਿਵੇਂ ਕਿ ਮਿੱਥ ਹੈ ਕੁਝ ਤੋੜਨੀਆਂ ਨੇ ਕਿ ਔਰਤ ਹੈ ਉਹ ਕੁਝ ਨਹੀਂ ਕਰ ਸਕਦੀ, ਜਾਂ ਔਰਤ ਦਾ ਇੱਕ ਜਿਹੜਾ ਕੀਤਾ ਜਾਂਦਾ, ਮੈਂ ਉਹਨੂੰ ਕੀ ਕਹਾਂ, ਜਿਵੇਂ ਤੁਸੀਂ ਗਲੈਮਰ ਦੀ ਐਗਜ਼ਾਮਪਲ ਦਿੱਤੀ ਕਿ ਉਸ ਦਿੱਖ ਵੱਲ ਦੇਖਿਆ ਜਾਂਦਾ, ਤਾਂ ਤੁਸੀਂ ਇਹ ਪ੍ਰੂਫ ਕਰਨਾ ਹੈ ਕਿ ਔਰਤ ਇਸ ਤੋਂ ਉੱਪਰ ਹੁੰਦੀ ਆ, ਔਰਤ ਬਹੁਤ ਕੁਝ ਕਰ ਸਕਦੀ ਆ। ਕੁੜੀਆਂ ਦੇ ਮਨ ਦੇ ਵਿੱਚ ਬਹੁਤ ਵਲਵਲੇ ਹੁੰਦੇ ਆ, ਮੈਂ ਇਸ ਚੀਜ਼ ਨੂੰ ਕਹਿ ਸਕਦੀ ਹਾਂ, ਤੇ ਲੇਕਿਨ ਉਹਨਾਂ ਨੂੰ ਪੂਰਾ ਕਰਨ ਦੇ ਲਈ ਤੁਸੀਂ ਜਦੋਂ ਇੱਕ ਰਾਹ ਚੁਣ ਲਿਆ ਕਿ ਵੀ ਇਹ ਚੀਜ਼ ਮੈਂ ਕਰਨੀ ਆ, ਤਾਂ ਫੇਰ ਨਾ ਪਿੱਛੇ ਮੁੜ ਕੇ ਵੇਖੋ ਕਿ ਵੀ ਪਤਾ ਨਹੀਂ ਇਸ 'ਤੇ ਕੀ ਹੋਊਗਾ, ਜਾਂ ਕੋਈ ਕਿੱਦਾਂ ਦੇਖ ਰਿਹਾ ਹੈ, ਜਾਂ ਕੋਈ ਕੀ ਸੋਚ ਰਿਹਾ ਹੈ। ਆਪਾਂ ਦੁਨੀਆ ਤੋਂ ਕੁਝ ਨਹੀਂ ਲੈਣਾ, ਪਰ ਜੇ ਤੁਹਾਡਾ ਦਿਲ ਕਹਿੰਦਾ ਹੈ ਕਿ ਤੁਸੀਂ ਸਹੀ ਹੋ, ਤੁਹਾਡੇ ਪੈਰੈਂਟਸ ਤੁਹਾਨੂੰ ਸਪੋਰਟ ਕਰਦੇ ਆ, ਤਾਂ ਫਿਰ ਉਸ ਚੀਜ਼ ਨੂੰ ਤੁਸੀਂ ਜ਼ਰੂਰ ਕਰੋ, ਤਾਂ ਕਿ ਮਿਥਸ ਹੈ ਜਿਹੜੀਆਂ ਦੁਨੀਆ ਦੀਆਂ ਤੋੜੀਆਂ ਜਾ ਸਕਣ, ਔਰ ਇੱਕ ਜਿਹੜੀ ਔਰਤ ਦੀ ਦਿਸ਼ਾ ਜਾਂ ਦਸ਼ਾ ਹੈਗੀ ਉਸ ਨੂੰ ਸੁਧਾਰਨਾ, ਤਾਂ ਆਪਾਂ ਖੁਦ ਹੀ ਸੁਧਾਰ ਸਕਦੇ ਹਾਂ। ਇਹ
ਇਹ ਨਹੀਂ ਹੁੰਦਾ ਕਿ ਕੋਈ ਹੋਰ ਆ ਕੇ ਸਾਨੂੰ ਸੁਧਾਰੂਗਾ ਜਾਂ ਅਸੀਂ ਕਿਸੇ ਹੋਰ ਦੀ ਮਦਦ ਲਈਏ। ਸਾਨੂੰ ਕਿਸੇ ਦੀ ਮਦਦ ਦੀ ਜ਼ਰੂਰਤ ਨਹੀਂ, ਸਾਨੂੰ ਅਸੀਂ ਪਰਪੱਖ ਹਾਂ ਆਪਣੇ ਆਪ ਦੇ ਵਿੱਚ ਹੀ। ਬਸ ਇਹ ਹੈ ਕਿ ਇੱਕ ਹੌਸਲੇ ਦੀ ਜ਼ਰੂਰਤ ਹੈ ਔਰ ਆਪਣੇ ਜਿਹੜਾ ਅਸੀਂ ਸੋਚ ਲਿਆ ਉਸ 'ਤੇ ਕਦਮ ਪੁੱਟਣ ਦੀ ਜ਼ਰੂਰਤ ਹੈ, ਤੇ ਜ਼ਰੂਰ ਸਾਨੂੰ ਜਿਹੜੀ ਕਾਮਯਾਬੀ ਮਿਲੇਗੀ। ਇੱਕ ਹੋਰ ਸਮਾਜਿਕ ਸਵਾਲ ਇਹ ਆ ਕਿ ਪਿੰਡਾਂ 'ਚ ਇੱਕ ਇਹਨਾਂ ਤੁਹਾਡੇ ਸਰਪੰਚੀ ਦੇ ਸੈਸ਼ਨ ਦੇ ਵਿੱਚ ਝਗੜੇ ਆਮ ਗੱਲ ਹੈਗੀ ਕਿ ਕਿਸਾਨਾਂ ਤੇ ਮਜ਼ਦੂਰਾਂ ਦਾ ਪਾੜਾ ਹੈ ਜਿਹੜਾ। ਕਿਸਾਨ ਕਹਿੰਦਾ ਮੈਂ ਤੈਨੂੰ ਖੇਤ 'ਚ ਨਹੀਂ ਵੜ ਦੇਣਾ, ਮਜ਼ਦੂਰ ਕਹਿੰਦਾ ਮੈਂ ਇੰਨੇ ਪੈਸੇ ਲੈਣੇ ਆ। ਮਤਲਬ ਇਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਆ? ਕਿਉਂਕਿ ਸਾਂਝ ਹੁੰਦੀ ਸੀ ਕਦੇ ਸੀਰੀ ਤੇ ਕਿਸਾਨ ਦੀ ਬਹੁਤ ਜ਼ਿਆਦਾ, ਇਸ ਨੂੰ ਅੱਜ ਸਮਾਜਿਕ ਬਹੁਤ ਵੱਡਾ ਤਾਣਾ ਇਸ ਗੱਲ ਤੋਂ ਟੁੱਟਿਆ ਕਿ ਮਜ਼ਦੂਰਾਂ ਨੇ ਵੀ ਇੱਕ ਲਕੀਰ ਲਾਈਨ ਖਿੱਚਣ ਵਾਲਾ ਕੰਮ ਕੀਤਾ ਹੈ ਤੇ ਕਿਸਾਨ ਵੀ ਕਹਿੰਦਾ ਹੈ ਵੀ ਮਜ਼ਦੂਰ ਨਾਲੋਂ ਉਸ ਤਰ੍ਹਾਂ ਦਾ, ਕਿਉਂਕਿ ਖਾਸ ਕਰਕੇ ਜਿਹੜਾ ਯੂਪੀ ਬਿਹਾਰ ਦਾ ਜਿਹੜਾ ਕਲਚਰ ਇੱਥੇ ਆ ਗਿਆ ਉਹਦੇ ਵੀ ਕੁਝ ਕੀਤਾ। ਤੇ ਇੱਕ ਇਹ ਹੈ ਵੀ ਵਰਕ ਕਲਚਰ ਪਿੰਡਾਂ 'ਚੋਂ ਬਹੁਤ ਖਤਮ ਹੋਇਆ। ਅਸੀਂ ਆਪਦੀਆਂ ਪੀੜ੍ਹੀਆਂ ਨੂੰ ਮਤਲਬ ਅੱਗੇ ਖੇਤਾਂ 'ਚ ਜਾਣ ਤੋਂ ਰੋਕ ਲਿਆ। ਤਾਂ ਤੁਸੀਂ ਕੀ ਸੋਚਦੇ ਹੋ ਕਿ ਇਹ ਜਿਹੜਾ ਕਿਸਾਨਾਂ ਮਜ਼ਦੂਰਾਂ ਦਾ ਪਾੜਾ ਹੈ, ਇਹਨੂੰ ਪੰਚਾਇਤਾਂ ਇਹਦੇ 'ਚ ਕੀ ਰੋਲ ਅਦਾ ਕਰ ਸਕਦੀਆਂ? ਇਸ ਦੇ ਵਿੱਚ ਪੰਚਾਇਤਾਂ ਵੱਲੋਂ ਇਹੀ ਰੋਲ ਕੀਤਾ ਜਾ ਸਕਦਾ ਹੈ ਕਿ ਇੱਕ ਤਾਂ ਪਹਿਲਾਂ ਅਵੇਅਰਨੈਸ ਕੈਂਪ ਵਗੈਰਾ ਆਰਗੇਨਾਈਜ਼ ਕੀਤੇ ਜਾ ਸਕਦੇ ਆ ਕਿ ਅਸੀਂ ਜਿਹੜੇ ਪਿੰਡਾਂ ਦੀ ਸਾਂਝ ਹੈ ਉਸ ਨੂੰ ਖਤਮ ਨਹੀਂ ਹੋਣ ਦੇਣਾ, ਕਿਉਂਕਿ ਪਿੰਡ ਜੇ ਵਸਦੇ ਆ ਉਹ ਸਾਂਝ ਦੇ ਉੱਪਰ ਹੀ ਵਸਦੇ ਆ। ਉਹ ਸਾਂਝ ਕਿਸੇ ਨਾਲ ਵੀ ਹੋ ਸਕਦੀ ਹੈ, ਕਿਸਾਨਾਂ ਦੀ, ਮਜ਼ਦੂਰਾਂ ਦੇ ਨਾਲ, ਜਾਂ ਹੋਰ ਜਿਹੜੇ ਜਿਵੇਂ ਆੜਤੀਏ ਹੁੰਦੇ ਆ ਉਹਨਾਂ ਦੇ ਨਾਲ ਵੀ ਹੁੰਦੀ ਹੈ। ਤਾਂ ਸਾਂਝ ਨੂੰ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਪਿੰਡ ਹੈ ਜਿਹੜੇ ਉਹ ਅੱਗੇ ਵਧਣ ਔਰ ਇਸ ਸਮਾਜ ਦੇ ਵਿੱਚ ਜਿਹੜੇ ਇੱਕ ਕਹਿੰਦੇ ਕਿ ਕਲਚਰ ਸਾਡਾ ਕਿਤੇ ਨਾ ਕਿਤੇ ਗਵਾਚ ਰਿਹਾ, ਅਸੀਂ ਆਪਦੇ ਕਲਚਰ ਨੂੰ ਬਚਾਉਣਾ ਹੈ, ਤਾਂ ਇਹ ਚੀਜ਼ਾਂ ਦੇ ਉੱਪਰ ਸਾਨੂੰ ਧਿਆਨ ਹੈ ਜਿਹੜਾ ਦੇਣਾ ਚਾਹੀਦਾ ਹੈ। ਔਰ ਜਿਹੜੀ ਕਿਸਾਨਾਂ ਦੇ ਮਜ਼ਦੂਰਾਂ ਦੇ ਵਿੱਚ ਪਾੜਾ ਵੱਧ ਰਿਹਾ, ਸਾਨੂੰ ਇਹ ਦੇਖਣਾ ਚਾਹੀਦਾ ਕਿ ਕਿਉਂ ਵੱਧ ਰਿਹਾ, ਕਿੱਥੇ ਕਮੀਆਂ ਆ ਗਈਆਂ ਨੇ ਅੱਜ ਸਾਡੇ ਵਿੱਚ। ਜਿਹੜਾ ਵਰਕ ਕਲਚਰ ਆ ਉਹ ਖਤਮ ਹੋ ਰਿਹਾ ਤਾਂ ਕਿਉਂ ਹੋ ਰਿਹਾ? ਇਹਨਾਂ ਕਮੀਆਂ ਨੂੰ ਦੂਰ ਕੀਤਾ ਜਾਣਾ ਚਾਹੀਦਾ, ਤਾਂ ਹੀ ਅਸੀਂ ਇਸ ਪਾੜੇ ਨੂੰ ਹੈ ਜਿਹੜਾ ਘਟਾ ਸਕਦੇ ਹਾਂ। ਅੱਛਾ ਸ਼ਸ਼ਨਦੀਪ, ਇੱਕ ਜ਼ਰੂਰ ਇਹ ਗੱਲ ਸਾਂਝੀ ਕਰੋ ਕਿਉਂਕਿ ਇੱਕ ਸਵਾਲ ਵੀ ਆ ਗਿਆ, ਪਰ ਮੇਰਾ ਵੀ ਸਵਾਲ ਇਹ ਸੀ ਕਿ ਸ਼ਸ਼ਨਦੀਪ ਸਰਪੰਚ ਬਣ ਗਈ, ਸਰਪੰਚ ਬਣ ਤੋਂ ਅਕੇਮਾ ਆਪਾਂ ਸਵਾਲ ਹੋ ਗਿਆ ਆਪਣਾ, ਪਰ ਅੱਗੇ ਦਾ ਕੀ ਸਫ਼ਰ ਹੈਗਾ? ਸਰਪੰਚੀ ਤੋਂ ਬਾਅਦ ਰਾਜਨੀਤੀ ਖੇਤਰ ਦਾ ਕੋਈ ਹੈਗਾ ਇਰਾਦਾ ਕਿ ਰਾਜਨੀਤੀ ਖੇਤਰ 'ਚ ਵੀ ਕੁੱਦਣਾ, ਜਾਂ ਹੈਗਾ ਵੀ ਨਹੀਂ ਸਰਪੰਚੀ ਕਰ ਲਈ, ਪਿੰਡ ਦੀ ਸੇਵਾ ਕਰ ਲਈ ਤੇ ਪਿੰਡ ਨਾਲ ਤੱਕ ਹੀ ਸੀਮਤ ਰਹਿਣਾ ਹੈ? ਰਾਜਨੀਤੀ ਬਾਰੇ ਅੱਗੇ ਕੀ ਸੋਚਦੇ ਆ ਕਿ ਜਾਣਾ ਹੈ? ਤੇ ਜਾਣਾ ਵੀ ਹੈ ਤਾਂ ਸਮਾਜ 'ਚ ਦੋ ਧਿਰਾਂ ਕੰਮ ਕਰਦੀਆਂ, ਇੱਕ ਲੁੱਟਣ ਵਾਲੇ ਹੈ ਤੇ ਇੱਕ ਲੁੱਟੇ ਜਾਣ ਵਾਲੇ ਹੈ, ਆਮ ਕਹਿੰਦੇ ਆ। ਤੇ ਤੁਸੀਂ ਕਿਹੜੀ ਧਿਰ ਨਾਲ ਖੜੋਗੇ? ਮੈਂ ਇਹਨਾਂ ਦੋਨਾਂ ਧਿਰਾਂ ਦੇ ਵਿਚਾਲੇ ਖੜੂੰਗੀ ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਕੋਈ ਲੁੱਟ ਕੇ ਜਾਵੇ ਜਾਂ ਕਿਸੇ ਨੂੰ ਲੁੱਟਿਆ ਜਾਵੇ। ਇਹਨਾਂ ਦੋ ਹੀ ਚੀਜ਼ਾਂ ਦੇ ਵਿੱਚ ਜਿਹੜਾ ਮਤਲਬ ਆਪਣਾ ਹੀ ਨੁਕਸਾਨ ਹੁੰਦਾ ਹੈਗਾ। ਔਰ ਜੇ ਮੈਂ ਕਹਾਂ ਕਿ ਮੈਂ ਅੱਗੇ ਕਿੱਧਰ ਨੂੰ ਜਾਣਾ, ਤਾਂ ਹਾਲੇ ਮੈਂ ਓਪਰਚੁਨਿਟੀ ਦੀ ਉਡੀਕ 'ਚ ਹਾਂ। ਜੇਕਰ ਪੋਲੀਟਿਕਸ ਦੇ ਵਿੱਚ ਮੈਨੂੰ ਕੋਈ ਓਪਰਚੁਨਿਟੀ ਮਿਲੂਗੀ ਤਾਂ ਮੈਂ ਜ਼ਰੂਰ ਜਾਊਂਗੀ। ਬਾਕੀ ਮੈਂ ਆਪਦੇ ਪਿੰਡ ਦੇ ਜੋ ਕੰਮ ਕੀਤੇ ਹੋਏ ਆ ਇਹਨਾਂ ਕੰਮਾਂ ਨੂੰ ਅੱਗੇ ਲੈ ਕੇ ਜ਼ਰੂਰ ਜਾਣਾ ਚਾਹੁੰਦੀ ਹਾਂ। ਹੋਰ ਪਿੰਡਾਂ ਦੇ ਵਿੱਚ ਇਹੋ ਜਿਹੇ ਕੰਮ ਹੋਣੇ ਚਾਹੀਦੇ ਆ ਔਰ ਹੋਰ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੀ ਹਾਂ ਕਿ ਇਹ ਜਿਹੜੀਆਂ ਚੀਜ਼ਾਂ ਨੇ ਸਾਡੇ ਪਿੰਡਾਂ ਦੇ ਵਿੱਚ ਕਿਉਂ ਜ਼ਰੂਰੀ ਨੇ। ਜਿਵੇਂ ਮੈਂ ਗੱਲ ਕਰਾਂ ਕੂੜੇ ਦੇ ਸਾਂਭ ਸੰਭਾਲ ਦੀ, ਮੈਨੂੰ ਅਕਸਰ ਮਤਲਬ ਬਹੁਤ ਬੁਰਾ ਲੱਗਦਾ ਕਿ ਅਸੀਂ 75 ਸਾਲ ਹੋ ਗਏ, ਅੱਜ ਵੀ ਅਸੀਂ ਇਹ ਸਿੱਖ ਰਹੇ ਹਾਂ ਕਿ ਅਸੀਂ ਕੂੜਾ ਕਿਵੇਂ ਸੰਭਾਲਣਾ। ਅਸੀਂ ਰੂੜੀਆਂ ਦੇ ਉੱਪਰ ਉਸੇ ਤਰ੍ਹਾਂ ਪਲਾਸਟਿਕ ਸਿੱਟ ਰਹੇ ਹਾਂ, ਸਾਨੂੰ ਨਹੀਂ ਪਤਾ ਹੈਗਾ ਕਿ ਇਸ ਦਾ ਕਿਵੇਂ ਅਸੀਂ ਨਿਪਟਾਰਾ ਕਰਨਾ ਹੈ। ਔਰ ਜੇਕਰ ਸਮਝਾਇਆ ਵੀ ਜਾਂਦਾ ਪਿੰਡ ਦੇ ਵਿੱਚ ਤਾਂ ਮੈਨੂੰ ਤਾਂ ਅਕਸਰ ਕਹਿ ਦਿੱਤਾ ਜਾਂਦਾ, ਲੈ ਹੁਣ ਤੂੰ ਸਮਝਾਏਂਗੀ ਕੁੜੀਏ ਸਾਨੂੰ, ਵੀ ਅਸੀਂ ਇੰਨੇ ਸਾਲਾਂ ਤੋਂ ਗੋਹਾ ਸਿੱਟਦੇ ਆ ਰਹੇ ਹਾਂ, ਸਾਨੂੰ ਪਤਾ ਹੈ ਕੀ ਕਰਨਾ। ਪਰ ਮੈਨੂੰ ਇਹ ਹੁੰਦਾ ਕਿ ਆਪਾਂ ਇੱਕ ਲੈਵਲ ਕਿਉਂ ਨਹੀਂ ਅੱਗੇ ਜਾ ਸਕਦੇ, ਕਿਉਂ ਨਹੀਂ ਸਾਡੇ ਵਰਮੀ ਕੰਪੋਸਟ ਦੇ ਪਿੱਟ ਆ ਸਕਦੇ ਜਾਂ ਫਿਰ ਹੋਰ ਪਿੱਟ ਹੁੰਦੇ ਹੈਗੇ ਨਡੇਪ ਪਿੱਟ ਵਗੈਰਾ ਬਣਾਏ ਜਾ ਸਕਦੇ ਤਾਂ ਕਿ ਅਸੀਂ ਚੰਗੀ ਤਰ੍ਹਾਂ ਉਸ ਕੂੜੇ ਦਾ ਨਿਪਟਾਰਾ ਕਰ ਸਕੀਏ। ਤਾਂ ਇਹ ਚੀਜ਼ਾਂ ਜੋ ਮੈਂ ਆਪਣੇ ਪਿੰਡ ਦੇ ਵਿੱਚ ਕੀਤੀਆਂ ਨੇ, ਮੈਂ ਚਾਹੁੰਦੀ ਹਾਂ ਮੈਂ ਹੋਰ ਪਿੰਡਾਂ ਦੇ ਵਿੱਚ ਕਰਾਂ। ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹ ਕਰਨਾ ਚਾਹੁੰਦੀ ਹਾਂ। ਸਾਡੇ ਬਹੁਤ ਸਤਿਕਾਰਯੋਗ ਜਸਵਿੰਦਰ ਪੰਜਾਬੀ ਜੀ ਸਾਡੇ ਦਰਮਿਆਨ ਆ, ਉਹਨਾਂ ਨੇ ਇੱਕ ਸਵਾਲ ਭੇਜਿਆ ਸਾਨੂੰ ਲਿਖਤੀ ਰੂਪ 'ਚ ਕਿ ਤੁਸੀਂ, ਜਿਵੇਂ ਮੈਂ ਸਵਾਲ ਪੁੱਛਿਆ ਸਿਆਸਤ ਤੋਂ ਅੱਗੇ ਕੀ ਕਰਨਾ, ਉਹਨਾਂ ਨੇ ਕਿਹਾ ਕਿ ਕੀ ਤੁਸੀਂ ਸਰਪੰਚੀ ਤੋਂ ਅੱਗੇ ਸਿਆਸਤ ਵਿੱਚ ਜਾਣਾ ਚਾਹੁੰਦੇ ਹੋ? ਗੱਲ ਇੱਥੋਂ ਤੱਕ ਹੀ ਨਹੀਂ ਰਹੀ, ਉਹਨਾਂ ਦਾ ਸਵਾਲ ਅੱਗੇ ਆ, ਜੇ ਹਾਂ ਸਿਆਸਤ ਵਿੱਚ, ਕਿਉਂਕਿ ਭ੍ਰਿਸ਼ਟਾਚਾਰ ਵਿੱਚ ਰਲ ਗੱਡ ਹੈ ਸਿਆਸਤ, ਤੁਸੀਂ ਇਸ ਦਾ ਸਾਹਮਣਾ ਫਿਰ ਕਿਵੇਂ ਕਰੋਗੇ? ਜੇ ਤੁਹਾਨੂੰ ਮੌਕਾ ਮਿਲਦਾ ਹੈ ਸਿਆਸਤ 'ਚ ਜਾਣ ਦਾ, ਤੇ ਭ੍ਰਿਸ਼ਟਾਚਾਰ ਦਾ ਸਾਹਮਣਾ ਕਿਵੇਂ ਕਰੋਗੇ? ਭ੍ਰਿਸ਼ਟਾਚਾਰ ਦਾ ਸਾਹਮਣਾ ਸਰਪੰਚੀ 'ਚੋਂ ਹੀ ਸ਼ੁਰੂ ਹੋ ਜਾਂਦਾ, ਪਰ ਜੇਕਰ ਤੁਸੀਂ ਆਪਦੇ ਅਸੂਲ ਬਣਾਏ ਹੋਏ ਨੇ ਤੇ ਉਹਨਾਂ ਅਸੂਲਾਂ 'ਤੇ ਚੱਲਣ ਦਾ ਦ੍ਰਿੜ ਇਰਾਦਾ ਹੈਗਾ ਵੀ ਚਾਹੇ
ਕੁਝ ਵੀ ਹੋ ਜਾਵੇ ਮੈਂ ਇਹ ਨਹੀਂ ਕਰਨਾ ਤਾਂ ਨਹੀਂ ਕਰਨਾ। ਹੁਣ ਵੀ ਜੇ ਮੈਂ ਆਪਦੀ ਸਰਪੰਚੀ ਦੇ ਦੌਰਾਨ ਵੀ ਗੱਲ ਦੱਸਾਂ, ਮੈਂ ਉਹ ਸਰਪੰਚੀ ਕੀਤੀ ਹੈ ਜੋ ਘਰੋਂ ਪੈਸੇ ਲੱਗਦੇ ਆ। ਮੇਰੇ ਭਰਾ ਦਾ ਅਕਸਰ ਮੇਰੇ ਨਾਲ ਥੋੜੀ ਲੜਾਈ ਵੀ ਰਹਿੰਦੀ ਹੈ ਕਿ ਤੁਸੀਂ ਪਿਓ ਧੀ ਨੇ ਨਾ ਕਮਾਉਣਾ ਤਾਂ ਕੀ ਸੀ, ਗਵਾਈ ਜਾਂਦੇ ਹੋ। ਕਿਤੇ ਵੀ ਕੋਈ ਗੱਲ ਹੁੰਦੀ ਹੈ ਅਸੀਂ ਇਹ ਨਹੀਂ ਦੇਖਦੇ ਵੀ ਇੱਥੋਂ ਪੈਸਾ ਕਿਵੇਂ ਬਣਦਾ, ਅਸੀਂ ਇਹ ਦੇਖਦੇ ਹਾਂ ਵੀ ਚੱਲ 2 ਰੁਪਏ ਹੋਰ ਲੱਗ ਜਾਣ ਯਾਰ, ਕੋਈ ਨਾ ਇੱਕ ਚੀਜ਼ ਵਧੀਆ ਬਣ ਜੇ। ਸਰਕਾਰ ਵੱਲੋਂ ਜੋ ਫੰਡ ਆਉਂਦੇ ਉਹ ਘੱਟ ਹੀ ਰਹਿਣਗੇ, ਹਮੇਸ਼ਾ ਤੋਂ ਹੀ ਘੱਟ ਹੈਗੇ ਆ, ਹੁਣ ਵੀ ਘੱਟ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਘੱਟ ਰਹਿਣਗੇ। ਜੇ ਮੈਂ ਹੁਣ ਨਹੀਂ ਆਪਦੇ ਅਸੂਲਾਂ ਤੋਂ ਡੋਲੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਹੀਂ ਡੋਲੂੰਗੀ। ਉਹਨਾਂ ਤੇ ਚੱਲਦੇ ਹੋਏ ਮੈਂ ਇਸ ਸਮਾਜ ਦੀ ਸੇਵਾ ਕਰਦੀ ਰਹੂੰਗੀ। ਇੱਕ ਸਵਾਲ, ਬਹੁਤ ਵਧੀਆ ਗੱਲ ਹੈ ਕਿ ਭ੍ਰਿਸ਼ਟਾਚਾਰ ਤੋਂ ਰੋਕਿਆ ਜਾ ਸਕਦਾ ਹੈ, ਇਹ ਤੁਸੀਂ ਕਿਹਾ। ਔਰ ਮੇਰਾ ਇਹ ਸਵਾਲ ਹੈ ਕਿ ਇੱਕ ਆਮ ਕਹਾਵਤ ਹੈ ਪੇਂਡੂ ਤੇ ਸ਼ਹਿਰੀ ਖੇਤਰ ਦੇ ਵਿੱਚ, ਪਿੰਡਾਂ ਦੇ ਵਿੱਚ ਇੱਕ ਏਕਾ ਥਵਾਕ ਹੁੰਦਾ ਸੀ ਤੇ ਇਸ ਟਾਈਮ ਤੇ ਅਵਾਰਾ ਪਸ਼ੂਆਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ, ਕਿਸਾਨ ਦਾ ਵੀ ਕੀਤਾ ਤੇ ਰੋਡ ਸੜਕ ਦੁਰਘਟਨਾਵਾਂ ਵੀ ਅਕਸਰ ਵਾਪਰਦੀਆਂ। ਪਰ ਤੇ ਪੰਚਾਇਤਾਂ ਇਹਦੇ 'ਚ ਕਿਵੇਂ ਸਾਰਥਕ ਰੋਲ ਅਦਾ ਕਰ ਸਕਦੀਆਂ ਕਿ ਅਵਾਰਾ ਪਸ਼ੂਆਂ ਦਾ ਕੋਈ ਖਾਸ ਹੱਲ ਕੱਢਿਆ ਜਾ ਸਕੇ? ਕੋਈ ਉਪਰਾਲਾ ਇਸ ਤਰ੍ਹਾਂ ਦਾ ਕੀਤਾ ਹੈ ਅੱਜ ਤੱਕ, ਸੋਚਿਆ ਕਦੇ ਕਿ ਵੀ ਕੋਈ ਅਵਾਰਾ ਪਸ਼ੂਆਂ ਦਾ ਵੀ ਹੱਲ ਹੋਣਾ ਚਾਹੀਦਾ? ਹਾਂਜੀ, ਇਸ ਦੇ ਤਾਂ ਬਹੁਤ ਵੱਡੀ ਜਿਹੜੀ ਪਿੰਡਾਂ ਦੇ ਵਿੱਚ ਇਸ ਦੀ ਮੁਸ਼ਕਲ ਆ ਰਹੀ ਹੈ, ਸਾਡੇ ਪਿੰਡ ਦੇ ਵਿੱਚ ਵੀ ਸੀ। ਪਰ ਹੁਣ ਅਸੀਂ ਆਪਣੇ ਪੰਚਾਇਤ ਦੇ ਤੌਰ ਤੇ ਜੋ ਇਸ ਦਾ ਨਿਪਟਾਰਾ ਉਹ ਇਸ ਤਰ੍ਹਾਂ ਕੀਤਾ ਕਿ ਰੱਖਿਆ ਜਿਹੜੇ ਹੁੰਦੇ ਆ ਉਹ ਰੱਖੇ ਹੋਏ ਹੈਗੇ ਔਰ ਪਿੰਡ ਦੇ ਵਿੱਚੋਂ ਬਾਸ ਇਕੱਠੀ ਕਰਕੇ ਉਹਨਾਂ ਨੂੰ ਦਿੱਤੀ ਜਾਂਦੀ ਹੈ ਤਾਂ ਕਿ ਉਹ ਪਸ਼ੂਆਂ ਨੂੰ ਲੈ ਕੇ ਜਾਣ। ਪਰ ਇਹ ਉਹਦਾ ਪੱਕਾ ਨਹੀਂ ਹੈ ਕਿਉਂਕਿ ਜਦੋਂ ਉਹ ਹਟ ਜਾਣਗੇ ਤਾਂ ਪਸ਼ੂ ਫੇਰ ਆ ਜਾਂਦੇ ਆ, ਉਹ ਕਿਤੇ ਨਾ ਕਿਤੇ ਜਿਹੜੇ ਉੱਥੇ ਉਹਨੂੰ ਮਤਲਬ ਹੋਰ ਕੋਈ ਪਿੰਡਾਂ ਤੋਂ ਲਿਆ ਕੇ ਸਾਡੇ ਪਿੰਡਾਂ ਦੇ ਵਿੱਚ ਛੱਡ ਜਾਂਦੇ ਆ। ਪਰ ਮੈਂ ਇਹਦਾ ਸੋਚਦੀ ਹਾਂ ਸ਼ਾਇਦ ਇਹਦਾ ਇਹ ਸੋਲਿਊਸ਼ਨ ਇਹ ਹੋ ਸਕਦਾ ਹੈ ਕਿ ਜੋ ਗਊ ਟੈਕਸ ਸਾਡੇ ਤੇ ਲੱਗਦਾ ਇਸ ਨੂੰ ਵੱਡੇ ਪੱਧਰ ਤੇ ਕੀਤਾ ਜਾ ਸਕਦਾ ਹੈ ਕਿ ਗਊ ਟੈਕਸ ਨੂੰ ਇੱਧਰ ਨੂੰ ਯੂਜ਼ ਕੀਤਾ ਜਾ ਸਕਦਾ ਹੈ ਕਿ ਜੋ ਪਿੰਡਾਂ ਦੇ ਵਿੱਚ ਅਵਾਰਾ ਪਸ਼ੂ ਹੈ ਉਹ ਇੱਕ ਇਨਫੋਰਮ ਕਰਨ, ਇਸ ਤਰ੍ਹਾਂ ਏਜੰਸੀਆਂ ਬਣਾਈਆਂ ਜਾਣ, ਉਹਨਾਂ ਨੂੰ ਇਨਫੋਰਮ ਕੀਤਾ ਜਾਵੇ ਵੀ ਭਾਈ ਇਹ ਪਸ਼ੂ ਨੂੰ ਅਸੀਂ ਛੱਡਣਾ ਚਾਹੁੰਦੇ ਹਾਂ ਤਾਂ ਕਿ ਕਿਸਾਨ ਉਹਨਾਂ ਨੂੰ ਸੜਕਾਂ ਤੇ ਨਾ ਛੱਡਣ, ਉਹਨਾਂ ਨੂੰ ਏਜੰਸੀ ਨੂੰ ਇਨਫੋਰਮ ਕੀਤਾ ਜਾਵੇ, ਉਹ ਆ ਕੇ ਘਰੋਂ ਲੈ ਜਾਣ ਤਾਂ ਕਿ ਜਿਹੜੀ ਇਹ ਸਾਡੀ ਅਵਾਰਾ ਪਸ਼ੂਆਂ ਦੀ ਵੱਧਦੀ ਹੋਈ ਤਾਦਾਦ ਹੈ ਇਸ ਨੂੰ ਘਟਾਇਆ ਜਾ ਸਕੇ ਔਰ ਇਸ ਤਰ੍ਹਾਂ ਇੱਕ ਜਿਹੜਾ ਟੈਕਸ ਹੈ ਉਸ ਦੀ ਵਰਤੋਂ ਕੀਤੀ ਜਾ ਸਕੇ। ਸਰਪੰਚ ਸੈਸ਼ਨਦੀਪ ਦਾ ਅਗਲਾ ਜਿਹੜਾ ਪਿੰਡ ਲਈ ਕੀ ਉਦਮ ਹੈ, ਅੱਗੇ ਕੀ ਸੋਚਦੇ ਹੋ ਕਿ ਕੀ ਰਹਿ ਗਿਆ ਪਿੰਡ 'ਚ ਹੁਣ ਤੱਕ ਕਰਨ ਵਾਲਾ, ਜਿਹੜਾ ਬਹੁਤ ਰੀਝ ਹੈ ਵੀ ਇਹ ਮੇਰੇ ਸਰਪੰਚੀ ਦੇ ਕਾਲ 'ਚ ਹੋ ਜਾਣਾ ਚਾਹੀਦਾ, ਕੋਈ ਅਜਿਹਾ ਕੰਮ ਜਿਹੜਾ ਮਨ 'ਚ ਹੀ ਪਿਆ ਹੋਵੇ ਹਾਲੇ ਕਿਸੇ ਕੋਨੇ 'ਚ? ਮੇਰਾ ਸੋਲਰ ਦੇ ਉੱਪਰ ਕੰਮ ਕਰਨ ਦਾ ਹੈ। ਜੇ ਮੈਂ ਇੱਕ ਤਮਿਲਨਾਡੂ ਦਾ ਪਿੰਡ ਦੇਖਿਆ ਜੋ ਕਿ ਜਿਨ੍ਹਾਂ ਨੇ ਆਪਣਾ ਪਿੰਡ ਪੂਰਾ ਸੋਲਰ ਦੇ ਉੱਪਰ ਕੀਤਾ ਹੋਇਆ ਔਰ ਉਹ ਸਰਕਾਰ ਨੂੰ ਬਿਜਲੀ ਵੇਚ ਰਹੀ ਹੈ, ਤਾਂ ਮੈਂ ਚਾਹੁੰਦੀ ਹਾਂ ਉਹ ਚੀਜ਼ ਮੈਂ ਆਪਦੇ ਟਾਈਮ ਦੇ ਵਿੱਚ ਕਰ ਦੇਵਾਂ। ਮੈਂ ਉਹ ਡਿਮਾਂਡ ਵੀ ਕੀਤੀ ਹੋਈ ਹੈ ਔਰ ਇੱਕ ਹੋਰ ਕੰਮ ਜੋ ਮੈਂ ਕਰਨਾ ਚਾਹੁੰਦੀ ਹਾਂ, ਮੈਂ ਚਾਹੁੰਦੀ ਹਾਂ ਗਲੀਆਂ ਨਾਲੀਆਂ ਵੀ ਕਰ ਜਾਵਾਂ ਤਾਂ ਕਿ ਲੋਕਾਂ ਦਾ ਉਲਾਂਭਾ ਲੈ ਜਾਵੇ। ਸੋ ਬਹੁਤ ਬਹੁਤ ਧੰਨਵਾਦ।